ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਤਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਬਸਤਰ ਪਹਿਰ ਭੂਖਨ ਪਹਿਰ, ਸ਼ਸਤਰ ਪਹਿਰ ਤਨ ਲੀਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਿਆਰੀ ਕੀਨ ਪਰਬੀਨ। ਬਸਤਰ ਪਹਿਰ ਭੂਖਨ ਪਹਿਰ, ਸ਼ਸਤਰ ਪਹਿਰ ਤਨ ਲੀਨ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਗਰੀਬ ਨਵਾਜ ਪਰਦੇ ਕੱਜਣ ਵਾਲੇ, ਬਖਸ਼ਿੰਦ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਜੀ ਅੰਤਰਜਾਮੀ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਤਰਸ ਕੀਤਾ ਹੈ, ਸਾਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਣਾ, ਗੁਰੂ ਜੀ ਦੇ ਚਰਨਾਂ ਵਿੱਚ ਬੈਠਣਾ, ਇਹ ਸਤਿਗੁਰੂ ਜੀ ਦੇ ਤਰਸ ਨਾਲ ਸਮਾਂ ਪ੍ਰਾਪਤ ਹੁੰਦਾ ਹੈ। ਜੇ ਮਹਾਰਾਜ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਤਾਂ ਇਹ ਸਮਾਂ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਆਓ ਕੁਝ ਸਮਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ, ਸਤਿਗੁਰੂ ਜੀ ਦੀ ਕਥਾ ਜਿਹੜੀ ਹੈ ਉਹਨੂੰ ਸਰਵਣ ਕਰਨਾ ਹੈ। ਪਿਆਰ ਨਾਲ ਦੋਵੇਂ ਹੱਥ ਜੋੜੀਏ, ਗੱਜ ਕੇ
ਸਾਰੀ ਸੰਗਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪਾਂ ਸਾਰੇ ਪਿਆਰ ਦੇ ਨਾਲ ਸਰਵਣ ਕਰ ਰਹੇ ਹਾਂ। ਨਾਨ ਦੇ ਰਾਜੇ ਦਾ ਦੂਤ ਸਤਿਗੁਰੂ ਜੀ ਦੇ ਕੋਲ ਚੱਲ ਕੇ ਆਇਆ ਹੈ। ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ। ਮਹਾਰਾਜ ਜੀ ਨੇ ਉਸ ਦੂਤ ਨੂੰ ਕੋਲ ਰੱਖ ਲਿਆ। ਘਰ ਵਿੱਚ ਵਿਚਾਰ ਹੋਈ। ਮਾਤਾ ਗੁਜਰੀ ਜੀ, ਭਾਈ ਨੰਦ ਚੰਦ ਜੀ, ਮਾਮਾ ਕਿਰਪਾਲ ਚੰਦ ਜੀ, ਭਾਈ ਸੰਗੋ ਸ਼ਾਹ ਜੀ, ਹੋਰ ਜਿੰਨੇ ਗੁਰੂ ਕੇ ਸਿੱਖ ਨੇ, ਸਾਰਿਆਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਹੁਣ ਨਾਨ ਵੱਲ ਚਰਨ ਪਾਈਏ ਜੀ। ਮਹਾਰਾਜ ਕਹਿਣ ਲੱਗੇ ਵੀ ਗੱਲ ਤੁਹਾਡੀ ਠੀਕ ਹੈ ਵੀ ਰਾਜਾ ਸਾਨੂੰ ਸੱਦ ਰਿਹਾ, ਅਸੀਂ ਜਾਣਾ। ਤੁਸੀਂ ਸਾਰੇ ਕਹਿ ਰਹੇ ਹੋ ਵੀ ਸੈਰ ਕਰ ਲਓ, ਪਰ ਕਰਤੇ ਪੁਰਖ ਵੱਲੋਂ ਸਾਡੀ ਜ਼ਿੰਮੇਵਾਰੀ ਸੈਰ ਕਰਨ ਦੀ ਨਹੀਂ ਲੱਗੀ। ਅਸੀਂ ਜੰਗ ਕਰਨਾ, ਦੁਸ਼ਟਾਂ ਦਾ ਨਾਸ਼ ਕਰਨਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਸਮੇਂ ਦੇ ਦੌਰਾਨ ਮੌਕਾ ਕੋਈ ਵੀ ਬਣ ਜੇ ਸਾਧ ਸੰਗਤ ਜੀ। ਹੁਣੇ ਗੁਰਮੁਖ ਪਿਆਰੇ ਬੜੀ ਸੋਹਣੀ ਗੱਲ ਕੁਦਰਤੀ ਕਹਿ ਗਏ। ਕਹਿੰਦੇ ਵੀ ਆਪਾਂ ਕਥਾ ਸੁਣ ਰਹੇ ਹਾਂ, ਮਹਾਰਾਜ ਆਪਣੇ ਸੇਵਕਾਂ ਨੂੰ ਮਾਣ ਦਿੱਤਾ ਜੀ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼ਹੀਦ ਹੋਏ ਤੇ ਸਤਿਗੁਰੂ ਜੀ ਨੂੰ ਗੁਰੂ ਕੇ ਸਿੱਖਾਂ ਸੇਵਕਾਂ ਨੇ ਕਿਹਾ ਸੀ, ਮਹਾਰਾਜ ਜੋ ਮਰਜ਼ੀ ਹੋ ਜੇ ਰਿਸ਼ਤਾ ਨਹੀਂ ਲੈਣਾ। ਗੁਰੂ ਸਾਹਿਬ ਨੇ ਆਪਣੇ ਸੇਵਕਾਂ ਨੂੰ ਮਾਣ ਬਖਸ਼ਿਸ਼ ਕੀਤਾ ਜੀ। ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਕਸ਼ਮੀਰੀ ਪੰਡਤ ਆਏ, ਸੇਵਕ ਬਣ ਕੇ ਸਾਰੇ ਆਏ ਜੀ। ਗੁਰੂ ਘਰ ਦੇ ਸਿੱਖ ਬਣ ਕੇ ਆਏ ਜੀ। ਉਹਨਾਂ ਵਿੱਚੋਂ ਤੇ ਪੰਡਤ ਕਿਰਪਾ ਦੱਤ ਸਨ ਨਾ ਜੀ, ਜਿਹੜੇ ਉਹਨਾਂ ਨੂੰ ਕਿਰਪਾ ਰਾਮ ਵੀ ਕਹਿੰਦੇ ਸੀ, ਕਿਰਪਾ ਦੱਤ ਵੀ ਕਹਿੰਦੇ ਸਨ। ਉਹਨਾਂ ਦਾ ਨਾਮ ਫਿਰ ਕਿਰਪਾ ਦੱਤ ਸਿੰਘ ਬਣ ਗਿਆ ਸੀਗਾ ਜੀ। ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਏ ਜੀ। ਉਹ ਕਸ਼ਮੀਰੀ ਪੰਡਤ ਵੀ ਸੇਵਕ ਬਣ ਕੇ ਆਏ ਜੀ। ਤੇ ਰਤਨ ਰਾਏ ਨੇ ਵਸਤੂਆਂ ਭੇਟਾ ਕੀਤੀਆਂ ਨੇ, ਉਹ ਵੀ ਸੇਵਕ ਬਣ ਕੇ ਹੀ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਜੀ। ਗੁਰੂ ਘਰ ਵਿੱਚ ਜੇ ਮਾਣ ਹੈ ਨਾ ਤੇ ਸੇਵਕਾਂ ਨੂੰ ਬੜਾ ਮਾਣ ਮਿਲਦਾ ਜੀ। ਜਿਹੜੇ ਸੇਵਾ ਕਰਦੇ ਪਿਆਰ ਨਾਲ, ਆਪਾ ਭਾਵ ਤਿਆਗ ਕੇ, ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਓ ਤਿਸ ਆਗੈ ਧਰੈ। ਸਾਹਿਬ ਭਾਵੈ ਸੋ ਪਰਵਾਨ, ਸੋ ਸੇਵਕ ਦਰਗਹਿ ਪਾਵੈ ਮਾਣ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਵੀ ਸਾਡੀ ਜ਼ਿੰਮੇਵਾਰੀ ਲੱਗੀ ਹੈ, ਅਸੀਂ ਦੁਸ਼ਟਾਂ ਦਾ ਨਾਸ਼ ਕਰਨਾ। ਮਾਤਾ ਜੀ ਕਹਿਣ ਲੱਗੇ ਮੈਂ ਮਾਂ ਆ, ਤੇ ਮਾਂ ਹੋਣ ਦੇ ਖਾਤਰ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਸੱਚੇ ਪਾਤਸ਼ਾਹ ਹੁਣ ਕੁਝ ਸਮੇਂ ਲਈ ਲਾਣ ਚਲੇ ਜਾਓ। ਖੁਦ ਗੁਰੂ ਹੁੰਦਿਆਂ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਾਂ ਦਾ ਸਤਿਕਾਰ ਕੀਤਾ ਜੀ, ਮਾਤਾ ਜੀ ਦਾ ਸਤਿਕਾਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਫਿਰ ਠੀਕ ਹੈ, ਤੁਹਾਡਾ ਬਚਨ ਮੰਨ ਕੇ ਅਸੀਂ ਚਲੇ ਜਾਂਦੇ ਹਾਂ। ਕਹਿਣ ਲੱਗੇ ਨਾ। ਉਸ ਦੂਤ ਨੂੰ ਭੇਜਿਆ। ਮਹਾਰਾਜ ਕਹਿਣ ਲੱਗੇ ਪਹੁੰਚ ਜਾ ਤੇ ਨਾਨ ਦੇ ਰਾਜੇ ਨੂੰ ਕਹਿ ਦੇ ਵੀ ਅਸੀਂ ਆ ਰਹੇ ਹਾਂ। ਨੰਦ ਚੰਦ ਜੀ ਹੋਣਾ ਤਿਆਰੀ ਕੀਤੀ ਜੀ। ਰਾਤ ਆਰਾਮ ਕਰਕੇ ਸਾਰੇ ਟਿਕ ਗਏ ਜੀ। ਹੁਣ ਅਗਲਾ ਦਿਨ ਚੜਿਆ ਜੀ। ਸਤਿਗੁਰੂ ਜੀ ਨੇ ਨਾਨ ਵੱਲ ਨੂੰ ਚਾਲਾ ਪਾਉਣਾ ਹੈ। ਉਹ ਹੁਣ ਕਥਾ ਆਰੰਭ ਹੋ ਰਹੀ ਹੈ। ਬੜੇ ਹੀ ਪਿਆਰ ਨਾਲ ਆਪਾਂ ਗੁਰੂ ਜੀ ਦੀ ਕਥਾ ਸਰਵਣ ਕਰਨੀ ਹੈ। ਸਰਬੱਤ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੇ ਕਹੀਏ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਬਸਤਰ ਪਹਿਰ ਭੂਖਨ ਪਹਿਰ, ਸ਼ਸਤਰ ਪਹਿਰ ਤਨ ਲੀਨ। ਸਤਿਗੁਰੂ ਜੀ ਨੇ ਅਗਲੇ ਦਿਨ ਇਸ਼ਨਾਨ ਕਰਕੇ ਬੰਦਗੀ ਕਰਕੇ ਬਾਹਰ ਜਾਣ ਵਾਲੇ ਬਸਤਰ ਪਹਿਨੇ ਜੀ, ਵੱਡਾ ਚੋਲਾ ਪਾਇਆ, ਫਿਰ ਗਹਿਣੇ ਵੀ ਸਜਾਏ, ਫਿਰ ਸਤਿਗੁਰੂ ਜੀ ਨੇ ਸ਼ਸਤਰ ਵੀ ਸਜਾਏ ਜੀ। ਹਾਂਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਿਆਰੀ ਕੀਨ ਪਰਬੀਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਤਿਆਰੀ ਕੀਤੀ ਜੀ। ਤਿਆਰੀ ਕੀਤੀ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆਪ ਸਾਧ ਸੰਗਤ ਦੀ ਨਾਣ ਵੱਲ ਨੂੰ ਚਾਲਾ ਪਾਉਣ ਵਾਸਤੇ। ਹਾਂਜੀ। ਸਵਈਆ ਛੰਦ ਦੁੰਦਬ ਦੀਹੀ ਬਜਿਓ ਰਣਜੀਤ, ਉੱਠੇ ਬੜਨਾਦ ਪਹਾਰਨ ਕੇਰੇ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਫਿਰ ਨਗਾਰਾ ਵੱਜਿਆ ਜੀ। ਕਹਿੰਦੇ ਦੁੰਦਬ ਦੀਹ ਬਜਿਓ ਰਣਜੀਤ, ਵੱਡਾ ਨਗਾਰਾ ਰਣਜੀਤ ਨਗਾਰਾ ਵੱਜਿਆ। ਆਸੇ ਪਾਸੇ ਖੂਬ ਆਵਾਜ਼ ਹੋਈ ਜੀ। ਜਦੋਂ ਮਹਾਰਾਜ ਜੀ ਦਾ ਰਣਜੀਤ ਨਗਾਰਾ ਵੱਜਦਾ ਆਵਾਜ਼ ਹੁੰਦੀ ਸੀ ਸਾਧ ਸੰਗਤ ਦੀ। ਗੁਰੂ ਕੇ ਸਿੱਖ ਬਹੁਤ ਉੱਚੀ ਰਣਜੀਤ ਨਗਾਰਾ ਵਜਾਉਂਦੇ ਸੀਗੇ। ਹਾਂਜੀ। ਸ਼੍ਰੋਨ ਸੁਨਿਓ ਸਭ ਸੈਨਤ ਹੀ ਛਿਨ, ਤਿਆਰ ਪਏ ਗੱਜ ਬਾਜਨ ਡੇਰੇ। ਸਾਰੀ ਫੌਜ ਨੇ ਸੁਣ ਲਿਆ ਵੀ ਰਣਜੀਤ ਨਗਾਰਾ ਵੱਜ ਗਿਆ, ਤਿਆਰੀ ਦਾ ਨਗਾਰਾ ਵੱਜਿਆ ਸੀਗਾ ਜੀ। ਸੋ ਸਾਰੇ ਛੇਤੀ ਛੇਤੀ ਤਿਆਰ ਹੋਣ ਲੱਗ ਪਏ ਜੀ। ਹਾਂਜੀ। ਜ਼ੀਨ ਸਜਾਵਨ ਕੀਨ ਤਬੈ, ਅਸ ਪੀਨਨ ਪੈਜ਼ਰੀ ਦੋਜ਼ ਬਡੇਰੇ। ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾਉਣ ਲੱਗ ਪਏ। ਆਪੋ ਆਪਣੇ ਘੋੜਿਆਂ ਨੂੰ ਤਿਆਰ ਕੀਤਾ ਜੀ ਉਹਨਾਂ ਨੇ। ਹੌਦ ਅਬਾਰਨ ਝਾਲਰ ਝੂਲਤ, ਭੂਲਤ ਦੇਵ ਮਨੋਹਰ ਹੇਰੇ। ਹਾਥੀਆਂ ਦੇ ਉੱਤੇ ਹੌਦ ਪਾਈ ਹੈ, ਭਾਵ ਉਹਨਾਂ ਉੱਤੇ ਬਸਤਰ ਪਾਏ ਐ, ਅੰਬਾਰੀਆਂ ਲਾਈਆਂ, ਹਾਥੀ ਵੀ ਸ਼ਿੰਗਾਰੇ ਜੀ। ਹਾਂਜੀ। ਚਕ੍ਰਿਤ ਚੌਪਤ ਚੰਚਲ ਚਾਤੁਰ, ਚੋਰਤ ਚੀਤਨ ਚਾਉ ਚਈਲਾ। ਗੁਰ ਸਿੱਖਾਂ ਨੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਘੋੜਾ ਤਿਆਰ ਕੀਤਾ ਜੀ। ਜਿਸ ਘੋੜੇ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਸੱਜਣਾ ਨਾ ਜੀ ਮਹਾਰਾਜ ਨੇ, ਉਸ ਘੋੜੇ ਨੂੰ ਤਿਆਰ ਕੀਤਾ। ਕਹਿੰਦੇ ਘੋੜਾ ਵੀ ਬੜੇ ਚਾਅ ਵਿੱਚ ਆਇਆ ਵੀ ਅੱਜ ਸੱਚੇ ਪਾਤਸ਼ਾਹ ਮੇਰੇ ਤੇ ਸਵਾਰੀ ਕਰਨਗੇ। ਉਹ ਘੋੜਾ ਵੀ ਬੜਾ ਖੁਸ਼ ਹੋਇਆ। ਚੇਤਾ ਰੱਖਿਓ ਭਾਵੇਂ ਕਿਸੇ ਦਾ ਪਸ਼ੂ ਸਰੀਰ ਹੈ ਪਰ ਅੰਦਰ ਚੇਤਨ ਸੱਤਾ ਉਹੋ ਹੀ ਹੈ ਜੀ। ਕਹਿੰਦੇ ਘੋੜੇ ਨੂੰ ਬੜਾ ਚਾਅ ਚੜਿਆ। ਘੋੜਾ ਜਿਹੜਾ ਉਹ ਵੀ ਹੁਣ ਕਾਹਲਾ ਪੈ ਰਿਹਾ ਵੀ ਕਿਹੜਾ ਵੇਲਾ ਹੋਵੇ ਸੱਚੇ ਪਾਤਸ਼ਾਹ ਮੇਰੇ ਉੱਤੇ ਸੱਜ ਜਾਣ। ਚੌਕਸ ਚਾਰੂ ਹੂੰ ਓਰਨ ਕੋ, ਚਿਤਵੰਤ ਬੇਲੋਚਨ ਤੇ ਚਰਚੀਲਾ। ਸੋ ਚਾਰੋਂ ਪਾਸਿਓਂ ਗੁਰੂ ਜੀ ਦਾ ਘੋੜਾ ਜਿਹੜਾ ਉਹ ਸ਼ਿੰਗਾਰਿਆ ਗੁਰੂ ਕੇ ਸਿੱਖਾਂ ਨੇ, ਜਿਹੜਾ ਆਪਣੀਆਂ ਅੱਖਾਂ ਨਾਲ ਚਾਰੇ ਪਾਸੇ ਵੇਖਦਾ ਸੀਗਾ। ਬੜਾ ਚੰਚਲ ਘੋੜਾ, ਬਲਵਾਨ ਘੋੜਾ, ਉੱਚਾ ਘੋੜਾ ਸੀਗਾ ਸੱਚੇ ਪਾਤਸ਼ਾਹ ਜੀ ਦਾ। ਸ਼ਾਲ ਉਸ਼ਾਲ ਤੇ ਛੂਟਤ ਸ਼ੋਭਤ, ਸੁਮ ਸ਼ੁਵੈਸ਼ਿਤ ਸ਼ਪ੍ਰ ਸ਼ਬੀਲਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦਾ ਘੋੜਾ ਕਹਿੰਦੇ ਜਦੋਂ ਛੱਡਦੇ ਸੀ ਨਾ ਗੁਰੂ ਕੇ ਸਿੱਖ, ਉਹ ਉਛਲਦਾ ਸੀਗਾ। ਆਪਣੇ ਪੌੜ ਧਰਤੀ ਤੇ ਮਾਰਦਾ ਸੀਗਾ ਜੀ। ਆਵਾਜ਼ ਆਉਂਦੀ ਸੀ, ਘੋੜਾ ਐ ਨੱਚਣ ਨੂੰ ਪਵੇ ਜੀ ਸਤਿਗੁਰੂ ਜੀ ਦਾ। ਹਾਂਜੀ। ਪੌਨ ਕਹਾਂ ਮ੍ਰਿਗ ਸ਼ੋਰ ਕਹਾਂ, ਗੁਰਦੇਵ ਕੋ ਗੌਨ ਤੁਰੰਗਮ ਨੀਲਾ। ਕਹਿਣ ਲੱਗੇ ਨੀਲਾ ਘੋੜੇ ਦਾ ਨਾਮ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਭਾਈ ਜਿਹੜੇ ਬਾਹਰ ਬੈਠੇ ਆ ਚੁੱਪ ਕਰਕੇ ਕਥਾ ਸੁਣੋ। ਨੀਲਾ ਘੋੜਾ ਐਨ ਬੜੇ ਖੁਸ਼ੀਆਂ ਵਿੱਚ ਆਇਆ, ਚਾਅ ਵਿੱਚ ਆਇਆ। ਕਹਿੰਦੇ ਉਹ ਤੇ ਹਵਾ ਨਾਲ ਗੱਲਾਂ ਕਰਦਾ ਸੀਗਾ ਤੇ ਇੰਨਾ ਤੇਜ਼ ਤਰਾਤ ਘੋੜਾ ਸੀਗਾ ਸਤਿਗੁਰੂ ਜੀ ਦਾ। ਹਾਂਜੀ। ਤੀਖਨ ਧਾਰ ਕਿਰਪਾਨ ਉਦਾਰ, ਕਿਰਪਾਨਿਦ ਧਾਰ ਗਰੇ ਮਹਿ ਪਾਇਓ। ਗੁਰ ਸਿੱਖ ਤਿਆਰ ਹੋਏ, ਆਪ ਵੀ ਤਿਆਰ ਹੋਏ, ਆਪਣੇ ਘੋੜੇ ਵੀ ਤਿਆਰ ਕੀਤੇ, ਸਤਿਗੁਰਾਂ ਦਾ ਘੋੜਾ ਵੀ ਤਿਆਰ ਕੀਤਾ। ਉਧਰੋਂ
ਧੰਨ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਤਿਆਰ ਹੋਏ। ਵੱਡੀ ਤਿੱਖੀ ਤਲਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਾਰਨ ਕੀਤੀ ਹੈ। ਫਿਰ ਭੱਥਾ ਗਰੀਬ ਨਵਾਜ ਜੀ ਨੇ ਲਾਇਆ ਹੈ। ਹਾਂਜੀ। ਬ੍ਰਿੰਦ ਖਤੰਗਨ ਸੰਗ ਭਰਿਓ ਨਿਜ ਅੰਗ ਨਿਖੰਗ ਕਸਿਓ ਦੇ ਪਤਾਇਓ। ਉਹ ਭੱਥਾ ਲਾ ਕੇ ਨਾ ਜੀ ਆਪਣੇ ਮੋਢੇ ਤੇ ਇਧਰੋਂ ਬੰਨਦੇ ਸਾਧ ਸੰਗਤ ਜੀ, ਲੱਕ ਤੋਂ ਲਿਆ ਕੇ ਪਿੱਛੋਂ ਦੀ ਤੇ ਅੱਗੇ ਨੂੰ ਬੰਨਦੇ ਆ ਕਮਰ ਲਾਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੱਥਾ ਬੰਨਿਆ ਜੀ, ਜਿਹੜਾ ਐਨ ਤਿੱਖੇ ਤਿੱਖੇ ਤੀਰਾਂ ਦੇ ਨਾਲ ਭਰਿਆ ਹੋਇਆ ਹੈ। ਹਾਂਜੀ। ਚਾਂਪ ਗਹਿਓ ਕਰ ਆਪ ਅਰਿੰਦਮ ਦੀਹੀ ਪ੍ਰਤਾਪ ਅਪਾਪ ਸੁਹਾਇਓ। ਦੁਸ਼ਟਾਂ ਦਾ ਨਾਸ ਕਰਨ ਵਾਲੇ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਗਰੀਬ ਨਵਾਜ ਜੀ ਨੇ ਆਪ ਆਪਣੇ ਹੱਥ ਵਿੱਚ ਧਨੁਸ਼ ਫੜਿਆ ਹੋਇਆ ਜੀ, ਕਮਾਨ ਫੜਿਆ ਹੋਇਆ ਜੀ। ਚਲੋ ਕਈ ਚਿੱਤਰਕਾਰ ਬੜੇ ਸਿਆਣੇ ਹੁੰਦੇ ਜੀ, ਉਹ ਜਦੋਂ ਚਿੱਤਰ ਬਣਾਉਂਦੇ ਆ ਨਾ, ਇਹ ਸਾਰੀਆਂ ਚੀਜ਼ਾਂ ਸਤਿਗੁਰੂ ਜੀ ਦੇ ਸਰੂਪ ਦੇ ਨਾਲ ਜੋੜਦੇ ਜੀ। ਕਮਾਨ ਵੀ ਵਿਖਾਉਂਦੇ ਆ, ਤੀਰਾਂ ਦਾ ਭੱਥਾ ਵੀ ਵਿਖਾਉਂਦੇ ਆ, ਵੱਡੀ ਤੇਗ ਵੀ ਵਿਖਾਉਂਦੇ ਆ ਜੀ। ਹਾਂਜੀ। ਹੇਤ ਅਰੂਡਨ ਕੇ ਗੁਣ ਗੂੜ ਉਠੇ ਪਿਖ ਰੂੜ ਜਬ ਹਾਏ ਆਇਓ। ਸਤਿਗੁਰੂ ਜੀ ਤਿਆਰ ਪਰ ਤਿਆਰ ਹੋਏ ਨੇ ਜੀ, ਤੇ ਗੁਰੂ ਕੇ ਸਿੱਖ ਮਹਾਰਾਜ ਜੀ ਦਾ ਘੋੜਾ ਸ਼ਿੰਗਾਰ ਕੇ ਲੈ ਕੇ ਆਏ ਜੀ। ਜਦੋਂ ਸਤਿਗੁਰੂ ਜੀ ਦਾ ਘੋੜਾ ਸ਼ਿੰਗਾਰ ਕੇ ਲੈ ਕੇ ਆਏ ਹਨ, ਝੂਲਤ ਝੂਮ ਚੁਲੇ ਕਲਗੀ ਸ਼੍ਰੁਤ ਕੁੰਡਲ ਦਵੈ ਮੁਖ ਮੰਡਲ ਸ਼ੋਭਾ। ਤੇ ਗਰੀਬ ਨਵਾਜ ਮਹਾਰਾਜ ਆਪ ਉੱਠੇ ਐ ਤੇ ਐ ਕਲਗੀ ਝੂਲ ਰਹੀ ਹੈ ਸੱਚੇ ਪਾਤਸ਼ਾਹ ਜੀ ਦੇ ਜੀ ਸੀਸ ਉੱਤੇ ਜੀ। ਹਾਂਜੀ। ਸੂਖਮ ਚੀਰ ਸਰੀਰ ਸਜੈ ਜਨ ਕੁੰਚਰ ਸੁੰਡ ਬੜੀ ਭੁਜ ਦੋਭਾ। ਬਹੁਤ ਸੋਹਣਾ ਸੂਖਮ ਬਰੀਕ ਬਸਤਰ ਦਾ ਚੋਲਾ ਸਤਿਗੁਰੂ ਜੀ ਨੇ ਪਾਇਆ ਤੇ ਲੰਮੀਆਂ ਲੰਮੀਆਂ ਬਾਹਾਂ ਨੇ ਮਹਾਰਾਜ ਜੀ ਦੀਆਂ ਜੀ। ਇੱਕ ਹੱਥ ਵਿੱਚ ਕਮਾਨ ਫੜਿਆ ਸਤਿਗੁਰੂ ਜੀ ਨੇ। ਹਾਂਜੀ। ਪਾਗ ਜੀਗਾ ਜਗ ਜ਼ੇਬ ਜ਼ਵਾਹਰ ਦੀਪਤ ਦੇਖ ਕੇ ਕੌਣ ਨਾ ਲੋਭਾ। ਐਨ ਦਸਤਾਰ ਉੱਤੇ ਕਲਗੀ ਲੱਗੀ ਐ, ਵਿੱਚ ਮੋਤੀ ਲੱਗੇ ਐ, ਮੁੱਖ ਮੰਡਲ ਸਤਿਗੁਰੂ ਜੀ ਦਾ ਸੋਹਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕੌਣ ਹੈ ਜਿਹੜਾ ਫਿਰ ਸਤਿਗੁਰੂ ਜੀ ਦਾ ਰੂਪ ਵੇਖ ਕੇ ਲੁਭਾਏਮਾਨ ਨਾ ਹੋਵੇ ਜੀ। ਹਾਂਜੀ। ਪ੍ਰੇਮ ਵਿਸਾਲ ਸਮੇਤ ਸੋ ਸਿੱਖਿਅਨ ਮਨੋ ਤਿਨ ਹੇਤ ਆਨੰਦ ਕੀ ਗੋਭਾ। ਗਰੀਬ ਨਵਾਜ ਮਹਾਰਾਜ ਜੀ ਦੇ ਸਿੱਖ ਸਤਿਗੁਰੂ ਜੀ ਨਾਲ ਬਹੁਤਾ ਪ੍ਰੇਮ ਕਰਦੇ ਆ, ਉਹ ਸਾਰੇ ਤਿਆਰ ਬਰ ਤਿਆਰ ਹੋ ਕੇ ਬਾਹਰ ਆ ਕੇ ਖਲੋਗੇ ਜੀ। ਹਾਂਜੀ। ਪਾਏ ਰਕਾਬ ਮੈਂ ਪਾਏ ਕਿਰਪਾ ਨਿਧ ਬਾਗ ਰਹੇ ਕਰ ਬਾਜ ਚਰੇ। ਤੇ ਗਰੀਬ ਨਵਾਜ ਜੀ ਨੇ ਫਿਰ ਆਪਣਾ ਚਰਨ ਨਾ ਰਕਾਬ 'ਚ ਰੱਖਿਆ। ਇੱਕ ਵਾਰੀ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖਿਓ ਵਾਹਿਗੁਰੂ ਵਾਹਿਗੁਰੂ। ਇਹ ਚਰਨ ਹੀ ਤੇ ਸਾਨੂੰ ਤਾਰਨ ਵਾਲੇ ਆ ਜੀ। ਇੱਕ ਚਰਨ ਰਕਾਬ ਵਿੱਚ ਰੱਖਿਆ ਸਤਿਗੁਰੂ ਜੀ ਨੇ ਤੇ ਵਾਗ ਫੜ ਕੇ ਘੋੜੇ ਦੀ ਗਰੀਬ ਨਵਾਜ ਉੱਪਰ ਸੱਜ ਗਏ ਹਨ। ਸ਼੍ਰੀ ਗੁਰ ਨਾਨਕ ਆਦ ਮਨਾਏ ਚਲੇ ਜਬ ਦੁੰਧਬ ਚੋਬ ਪਰੇ। ਤੇ ਘੋੜਾ ਤੋਰਨ ਤੋਂ ਪਹਿਲਾਂ ਘੋੜੇ ਉੱਤੇ ਸੱਜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਾਰੇ ਸਤਿਗੁਰਾਂ ਨੂੰ ਯਾਦ ਕਰਕੇ ਸਿਰ ਨਵਾਇਆ ਜੀ। ਬੜੀ ਬੜੀ ਬੇਨਤੀ ਕੀਤੀ। ਫਿਰ ਕਰ ਦੇਣਾ ਜੀ। ਖਾਸ ਕਰਕੇ ਜਦੋਂ ਅਸੀਂ ਛੇਵੇਂ ਪਾਤਸ਼ਾਹ ਦੀ ਕਥਾ ਸੁਣਦੇ, ਜਦੋਂ ਮਹਾਰਾਜ ਕਿਤੇ ਜਾਣ ਵਾਸਤੇ ਘੋੜੇ ਉੱਤੇ ਚੜ੍ਹਦੇ ਸੀ ਨਾ, ਤੇ ਮਹਾਰਾਜ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਂਦੇ ਸੀਗੇ। ਸਿਰ ਨਵਾ ਕੇ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਦੇ ਸੀ। ਸਾਧ ਸੰਗਤ ਜੀ, ਤੁਸੀਂ ਵੀ ਜਦੋਂ ਕਿਤੇ ਜਾਣਾ ਹੋਵੇ ਆਪਣੀ ਗੱਡੀ ਵਿੱਚ ਬੈਠੋ ਤੇ ਗੱਡੀ ਵਿੱਚ ਬੈਠ ਕੇ ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਰਾਮਦਾਸ ਜੀ ਦਾ ਨਾਮ ਲਿਆ ਕਰੋ, ਮਹਾਰਾਜ ਜੀ ਨੂੰ ਧਿਆਇਆ ਕਰੋ। ਕਿਉਂ? ਸਾਡੇ ਸਤਿਗੁਰੂ ਕਰ ਰਹੇ। ਗੁਰੂ ਗੋਬਿੰਦ ਸਿੰਘ ਜੀ ਮਾਲਕ ਨੇ, ਪਰ ਤੁਸੀਂ ਸੁਣਿਆ ਨਾ, ਸ਼੍ਰੀ ਗੁਰ ਨਾਨਕ ਆਦ ਮਨਾਏ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਸਾਰੇ ਗੁਰੂਆਂ ਨੂੰ ਯਾਦ ਕੀਤਾ ਜੀ।
ਚਲੇ ਜਬ ਦੁੰਦਬ ਚੋਬ ਪਰੇ। ਜਦੋਂ ਮਹਾਰਾਜ ਨੇ ਐ ਸੀਸ ਨਵਾ ਕੇ ਉੱਪਰ ਕੀਤਾ ਨਾ, ਤੇ ਗੁਰੂ ਕੇ ਸਿੱਖ ਨੂੰ ਪਤਾ ਲੱਗ ਗਿਆ ਵੀ ਅਰਦਾਸ ਹੋ ਗਈ ਸੂਖਮ ਜੀ, ਚਾਲੇ ਦੀ ਅਰਦਾਸ। ਫਿਰ ਉਹਨੇ ਨਗਾਰਾ ਵਜਾਇਆ। ਨਾਦ ਸੁਨੇ ਸਭ ਸੈਨ ਉਤਾਇਲ, ਹੋਇ ਸਭ ਦਾਨ ਕੋ ਸ਼ਸਤਰ ਧਰੇ। ਸਤਿਗੁਰੂ ਜੀ ਘੋੜੇ ਉੱਤੇ ਸੱਜ ਗਏ ਐ, ਵੱਡੀ ਸ੍ਰੀ ਸਾਹਿਬ ਪਾਈ, ਭੱਥਾ ਲਾਇਆ, ਕਲਗੀ ਝੂਲ ਰਹੀ ਐ। ਤੇ ਸਾਧ ਸੰਗਤ ਜੀ ਨਗਾਰਾ ਵੱਜਿਆ, ਆਵਾਜ਼ ਸਾਰੀ ਫੌਜ ਨੇ ਸੁਣੀ ਨਾ, ਤੇ ਸਾਰੇ ਕਾਲੀ ਕਾਲੀ ਨਾਲ ਆਪਣੇ ਸ਼ਸਤਰ ਲੈ ਕੇ ਆ ਗਏ। ਹੋਏ ਅਰੂਢ ਤੁਰੰਗਮ ਉਪਰ, ਧਾਏ ਮਿਲੇ ਮਨ ਮੋਦ ਭਰੇ। ਸਭ ਸਿੱਖ ਬਾਬਾ ਸੰਗੋ ਸ਼ਾਹ ਜੀ ਨਾਲ ਭਰਾ ਆਨੰਦ ਚੰਦ ਜੀ, ਕਿਰਪਾਲ ਚੰਦ ਜੀ, ਸਾਰੇ ਯੋਧੇ ਸੂਰਮੇ ਘੋੜਿਆਂ ਦੇ ਉੱਤੇ ਸੱਜ ਗਏ ਤੇ ਮਨ ਮੋਦ ਭਰੇ। ਇੱਕ ਹੁੰਦਾ ਖੁਸ਼, ਇੱਕ ਹੁੰਦਾ ਮੋਦ, ਇੱਕ ਹੁੰਦਾ ਪ੍ਰਮੋਦ। ਮੋਦ ਕਹਿੰਦੇ ਬਹੁਤ ਖੁਸ਼ ਨੂੰ ਜੀ, ਸਾਰਿਆਂ ਦੇ ਮਨ ਬਹੁਤੀ ਖੁਸ਼ੀ ਵਿੱਚ ਹਨ। ਪੈਦਲ ਸੈਨ ਚਲੇ ਸਿੱਖ ਸੰਗਤ, ਜੇ ਮੁਖ ਦੇਖਨ ਕੇ ਅਬਿਲਾਖੀ। ਹੁਣ ਕਈ ਸਿੱਖ ਐਸੇ ਨੇ ਜਿਹੜੇ ਸੈਨਾ ਵਿੱਚ ਤੇ ਸ਼ਾਮਲ ਨਹੀਂ ਹੈਗੇ, ਪਰ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਵੀ ਹਰ ਰੋਜ਼ ਬਾਜਾਂ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਨੇ ਆ। ਉਹਨਾਂ ਕੋਲ ਘੋੜੇ ਨਹੀਂ ਹੈਗੇ, ਉਹ ਮਹਾਰਾਜ ਦੇ ਨਾਲ ਪੈਦਲ ਹੀ ਤੁਰ ਪਏ ਜੀ, ਪੈਦਲ ਹੀ ਤੁਰ ਪਏ ਜੀ। ਘੋੜਿਆਂ ਤੇ ਚੜ੍ਹਨ ਵਾਲੇ ਤੇ ਹੈਗੇ ਆ, ਪਰ ਜਿਹੜੇ ਮਹਾਰਾਜ ਦੇ ਦਰਸ਼ਨਾਂ ਦੇ ਅਭਿਲਾਖੀ ਆ ਨਾ, ਜਿਹੜੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸੀ ਸਕਦੇ ਬਾਜਾਂ ਵਾਲੇ ਦੇ, ਉਹ ਫਿਰ ਨਾਲ ਪੈਦਲ ਹੀ ਤੁਰ ਪਏ ਹਨ। ਪੰਚ ਸੈ ਸੰਗ ਉਦਾਸੀ ਫਕੀਰ, ਕਰਾਹ ਕੀ ਦੇਗ ਲਹੈ ਗੁਰ ਆਖੀ। ਗਰੀਬ ਨਵਾਜ ਮਹਾਰਾਜ ਜੀ ਦੇ ਨਾਲ 500 ਫਕੀਰ ਵੀ ਰਹਿੰਦਾ ਹੈ। ਮਤਲਬ 1 2 4 ਫਕੀਰ ਨਹੀਂ ਰਹਿੰਦੇ, 500 ਫਕੀਰ ਸਤਿਗੁਰੂ ਜੀ ਦੇ ਨਾਲ ਰਹਿੰਦੇ, ਜਿਹੜੇ ਲੰਗਰ ਨਹੀਂ ਸੀ ਛਕਦੇ, ਕੇਵਲ ਕੜਾਹ ਪ੍ਰਸ਼ਾਦ ਛਕ ਕੇ ਬੰਦਗੀ ਕਰਦੇ ਹੁੰਦੇ ਸੀਗੇ ਜੀ। ਉਹਨਾਂ ਦਾ ਕੰਮ ਹੁੰਦਾ ਸੀ ਭਜਨ ਕਰਨਾ। ਪੰਚ ਸੈ ਸੰਗ ਉਦਾਸੀ ਫਕੀਰ, ਫਕੀਰ ਕਿਹੜੇ? ਉਦਾਸੀ ਮਹਾਪੁਰਸ਼। ਆਖੋ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਉਦਾਸੀਆਂ ਨੂੰ ਸਾਡੇ ਬੰਦੇ ਕਹਿੰਦੇ ਨਾ ਮਾੜੇ ਹੈਗੇ ਆ, ਇਹ ਨਹੀਂ, ਉਦਾਸੀ ਮਹਾਪੁਰਖ ਫਕੀਰ ਉਹ ਨਾਲ ਹਨ। ਔਰ ਬਹੀਰ ਚੱਲਿਓ ਸੰਗ ਦੀਰਗ, ਕੌਣ ਗਿਨੈ ਗਿਨਤੀ ਕਰ ਸਾਖੀ। ਸਤਿਗੁਰੂ ਜੀ ਨਾਲ ਹਨ, ਨਾਲ ਗੁਰੂ ਜੀ ਦਾ ਪਰਿਵਾਰ ਹੈ, ਨਾਲ ਫੌਜਾਂ ਨੇ, ਹਾਥੀ ਘੋੜੇ ਹੈ, ਪੈਦਲ ਸੰਗਤਾਂ ਨੇ, 500 ਉਦਾਸੀ ਫਕੀਰ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿੰਨੀ ਵੱਡੀ ਵਹੀਰ ਤੁਰੀ ਜਾ ਰਹੀ ਹੈ, ਕਹਿੰਦੇ ਕੌਣ ਗਿਣਤੀ ਕਰਕੇ ਦੱਸੇ ਉਹਨਾਂ ਦੀ। ਹਾਂਜੀ। ਕੁੰਜਰ ਘੰਟਨ ਕੇ ਠਣਕਾਰ, ਤੁਰੰਗਮ ਪੌਰਨ ਧੂਲ ਉਖਾੜੀ। ਹਾਥੀਆਂ ਦੇ ਗਲਾਂ ਵਿੱਚ ਟੱਲੀਆਂ ਨੇ, ਜਿਨ੍ਹਾਂ ਦੀ ਆਵਾਜ਼ ਆ ਰਹੀ ਹੈ, ਟੱਲੀਆਂ ਦੀ ਆਵਾਜ਼ ਆ ਰਹੀ ਹੈ, ਘੋੜਿਆਂ ਦੇ ਪੌੜਾਂ ਦੀਆਂ ਆਵਾਜ਼ਾਂ ਆ ਰਹੀਆਂ, ਧੂਣਾ ਉੱਡਣ ਲੱਗ ਪਈਆਂ। ਕੇਤਕ ਪੈਦਲ ਸੈਨ ਸੁਚੇਤ, ਆਨੰਦਪੁਰੇ ਮਹਿ ਰਾਖ ਟਿਕਾਈ। ਹੁਣ ਮਹਾਰਾਜ ਨੂੰ ਆਨੰਦਪੁਰ ਸਾਹਿਬ ਨਾਲ ਪਿਆਰ ਵੀ ਬੜਾ। ਆਖੋ ਵਾਹਿਗੁਰੂ ਵਾਹਿਗੁਰੂ। ਕੁਝ ਸੈਨਾ ਪੈਦਲ ਸੈਨਾ ਸੀ ਨਾ ਜਿਹੜੀ, ਉਹ ਮਹਾਰਾਜ ਨੇ ਫਿਰ ਆਨੰਦਪੁਰ ਸਾਹਿਬ ਵਿੱਚ ਰਹਿਣ ਦਿੱਤੀ, ਵੀ ਤੁਸੀਂ ਆਨੰਦਪੁਰ ਸਾਹਿਬ ਵਿੱਚ ਹੀ ਰਹੋ। ਸੂਰਜ ਮਲ ਕੇ ਨੰਦਨ ਦ્વੈ, ਤਿਨ ਕੋ ਸਵਧਾਨ ਕਰਿਓ ਤਿਸ ਥਾਈ। ਬਾਬਾ ਸੂਰਜ ਮਲ ਜੀ ਦੇ ਪੋਤਰਿਆਂ ਨੂੰ, ਉਹਨਾਂ ਨੂੰ ਉੱਥੇ ਰਹਿਣ ਤਾਂ ਗੁਲਾਬ ਰਾਏ ਜੀ ਤੇ ਸ਼ਾਮ ਰਾਏ ਜੀ ਨੂੰ, ਵੀ ਤੁਸੀਂ ਇੱਥੇ ਰਹੋ ਆਨੰਦਪੁਰ ਸਾਹਿਬ ਵਿੱਚ। ਔਰ ਮਸੰਦ ਕੋ ਸ਼ੋਰਨ ਕੀਨਸ, ਲੈ ਸੁਧ ਜੋ ਸਭ ਕੀ ਪੇਸ਼ਵਾਈ। ਹੁਣ ਆਨੰਦਪੁਰ ਸਾਹਿਬ ਥੋੜੀ ਮਹਾਰਾਜ ਨੇ ਖਾਲੀ ਕਰ ਦੇਣਾ ਸੀ, ਕੁਝ ਮਸੰਦ ਵੀ ਰਹਿਣ ਦਿੱਤੇ, ਵੀ ਭਾਈ ਤੁਸੀਂ ਵੀ ਇੱਥੇ ਰਹੋ, ਪਿੱਛੋਂ ਖਬਰ ਸਾਲ ਤੁਹਾਡੀ ਲੈਂਦੇ ਰਵਾਂਗੇ, ਤੁਸੀਂ ਆਨੰਦਪੁਰ ਸਾਹਿਬ ਸਾਂਭਣਾ ਹੈ। ਹਾਂਜੀ। ਦੂਰ ਲਓ ਸੰਗ ਗਏ ਸਗਰੇ ਪੁੰਨ, ਧੀਰਜ ਭਾਖ ਕੈ ਦੇਨ ਹਟਾਈ। ਜਦੋਂ ਮਹਾਰਾਜ ਆਨੰਦਪੁਰ ਸਾਹਿਬ ਚੋਂ ਚੱਲੇ ਨਾ, ਨਗਾਰਾ ਵੱਜਿਆ, ਬੜਾ ਆਨੰਦ ਬਣਿਆ,
ਸਤਿਗੁਰੂ ਘੋੜੇ ਉੱਤੇ ਸੱਜੇ ਜਾ ਰਹੇ ਆ, ਘੋੜਾ ਵੀ ਸੱਜਿਆ ਪਿਆ, ਤੇ ਸਾਧ ਸੰਗਤ ਜੀ ਪ੍ਰੇਮੀ ਸਿੱਖ ਸਤਿਗੁਰਾਂ ਦੇ ਘੋੜੇ ਦੇ ਮਗਰ ਵੈਸੇ ਹੀ ਛੱਡਣ ਦੀ ਤੁਰ ਪਏ ਜੀ, ਵੀ ਮਹਾਰਾਜ ਅਸੀਂ ਥੋੜਾ ਦੂਰ ਤੱਕ ਛੱਡ ਆਈਏ, ਤੁਹਾਨੂੰ ਤੋਰ ਆਈਏ। ਫਿਰ ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤਾ ਵੀ ਹੁਣ ਤੁਸੀਂ ਵਾਪਸ ਮੁੜੋ। ਸੋ ਫਿਰ ਉਹ ਵਾਪਸ ਆ ਗਏ। ਆਏ ਗਏ ਪੁਰ ਕੀਰਤ ਮੈਂ, ਗੁਰਪੂਰਨ ਪੂਰਬ ਕੀਨ ਵਿਸ਼ੇਸ਼ੂ। ਪੂਰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਦਾਦਾ ਸਤਿਗੁਰਾਂ ਦੀ ਨਗਰੀ ਵਿੱਚ ਆ ਗਏ ਜੀ, ਛੇਵੇਂ ਪਾਤਸ਼ਾਹ ਦੀ ਨਗਰੀ 'ਚ, ਜਿਹਨੂੰ ਸ੍ਰੀ ਕੀਰਤਪੁਰ ਸਾਹਿਬ ਕਹਿੰਦੇ ਆ ਜੀ। ਆਨੰਦਪੁਰ ਸਾਹਿਬ ਤੋਂ ਚੱਲੇ ਮਹਾਰਾਜ ਗਰੀਬ ਨਵਾਜ, ਕੀਰਤਪੁਰ ਸਾਹਿਬ ਆਏ ਤੇ ਉੱਥੇ ਕੁਝ ਸਮਾਂ ਮਹਾਰਾਜ ਜੀ ਟਿਕੇ ਜੀ। ਹਾਂਜੀ। ਆਇਸ ਪਾਏ ਤੇ ਹਾਵਲ ਕੋ, ਤਤਕਾਲ ਕਰਿਓ ਤਹਿ ਲਿਆਏ ਵਿਸ਼ੇਸ਼ੂ। ਗੁਰ ਸਿੱਖਾਂ ਨੂੰ ਮਹਾਰਾਜ ਨੇ ਹੁਕਮ ਕੀਤਾ, ਭਾਈ ਸਿੱਖੋ ਕੜਾ ਪ੍ਰਸ਼ਾਦ ਤਿਆਰ ਕਰੋ, ਵੱਡੇ ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਕਰਨੇ ਆ। ਸੋ ਕੜਾ ਪ੍ਰਸ਼ਾਦ ਤਿਆਰ ਕਰਾਇਆ ਜੀ ਮਹਾਰਾਜ ਨੇ। ਹਾਂਜੀ। ਸ਼੍ਰੀ ਹਰਗੋਬਿੰਦ ਕੇ ਸਥਾਨ ਗਏ, ਗੁਰੂ ਗੋਬਿੰਦ ਸਿੰਘ ਸੁਰੇਸ਼ੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਵੇਂ ਦੇਵਤਿਆਂ ਦੇ ਮਾਲਕ ਨੇ ਮਹਾਰਾਜ, ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਪਣੇ ਦਾਦਾ ਜੀ ਦੇ ਉਸ ਅਸਥਾਨ ਤੇ ਗਏ ਜਿੱਥੇ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਹੋਇਆ ਸੀਗਾ ਜੀ, ਜਿਹਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਕਹਿੰਦੇ ਆਪਾਂ ਜੀ। ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਉੱਥੇ ਕਰਾਈ। ਮੈਨੂੰ ਇੱਕ ਗੁਰਮੁਖ ਕਮਾਈ ਵਾਲੇ ਕਹਿਣ ਲੱਗੇ, ਕਹਿੰਦੇ ਵੀ ਪੈਸੇ ਭਾਵੇਂ ਗੋਲਕ 'ਚ ਪਾਓ ਜਾਂ ਨਾ ਪਾਓ, ਤੁਹਾਡੀ ਇੱਛਾ ਹੈ, ਪਰ ਜਦੋਂ ਕਿਸੇ ਇਤਿਹਾਸਕ ਗੁਰਦੁਆਰੇ ਜਾਂਦੇ ਹੋ ਨਾ, ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਕਰਾਇਆ ਕਰੋ, ਕਹਿੰਦੇ ਹਾਜ਼ਰੀ ਲੱਗਦੀ ਹੈ। ਹੁਣ ਤੇ ਕੰਮ ਹੀ ਬਹੁਤ ਵਧੀਆ ਜੀ, ਪਹਿਲਾਂ ਤੇ ਜਾ ਕੇ ਕਹਿ ਕੇ ਤਿਆਰ ਕਰਾਉਣੀ ਪੈਂਦੀ ਸੀ, ਹੁਣ ਤੇ ਤਿਆਰ ਹੈ, ਮਾਇਆ ਦਓ ਤੇ ਦੇਗ ਲੈ ਲਓ ਜੀ। ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਹੱਥਾਂ 'ਚ ਕੜਾ ਪ੍ਰਸ਼ਾਦ ਲੈ ਕੇ ਆਪਣੇ ਦਾਦਾ ਜੀ ਦੇ ਅਸਥਾਨ ਤੇ ਗਏ ਸੱਚੇ ਪਾਤਸ਼ਾਹ। ਹਾਂਜੀ। ਬੰਦ ਉਭੈ ਕਰ ਬੰਧਨ ਕੀਨ, ਦਇਓ ਵਰਤਾਏ ਵਿਸ਼ੇਸ਼ ਅਸ਼ੇਸ਼ੂ। ਦੋਵੇਂ ਹੱਥ ਜੋੜੋ ਆਪ ਜੀ ਵੀ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੰਦ ਉਭੈ ਕਰ ਬੰਧਨ ਕੀ, ਉਭੈ ਕਹਿੰਦੇ ਦੋ ਨੂੰ ਜੀ, ਦੋਵੇਂ ਹੱਥਾਂ ਨੂੰ ਜੋੜ ਕੇ ਦਸਵੇਂ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਜੀ ਉਸ ਸਥਾਨ ਤੇ ਜੀ। ਚਲੋ ਮੈਂ ਫਿਰ ਬੇਨਤੀ ਕਰ ਦੇਣਾ ਸੰਗਤ ਜੀ, ਉਦੋਂ ਕਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਸੀਗਾ ਜੀ? ਉਦੋਂ ਤੇ ਪ੍ਰਕਾਸ਼ ਨਹੀਂ ਸੀ ਨਾ ਹੈਗਾ, ਬਸ ਅਸਥਾਨ ਸੀ ਨਾ। ਹੁਣ ਆਪਾਂ ਕਵਾਂਗੇ ਵੀ ਕੜਾ ਪ੍ਰਸ਼ਾਦ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟਾ ਕਰਨਾ, ਉਦੋਂ ਤੇ ਅਸਥਾਨ ਹੀ ਸੀ ਬਸ। ਮਹਾਰਾਜ ਅਸਥਾਨ ਨੂੰ ਸਾਡੇ ਗੁਰੂ ਜੀ ਹੱਥ ਜੋੜ ਕੇ ਸਿਰ ਨਿਵਾ ਰਹੇ ਹੈ, ਤੇ ਸਾਡਾ ਕਿੰਨਾ ਫਰਜ਼ ਹੈ ਜੀ। ਕਹਿੰਦੇ ਬਾਬਾ ਬੁੱਢਾ ਜੀ ਨੂੰ ਬੇਰ ਨੂੰ ਨਮਸਕਾਰ ਨਾ ਕਰੋ, ਇਹ ਤੇ ਬੇਰੀ ਆ। ਕਹਿੰਦੇ ਨਹੀਂ ਪਿਆਰਿਓ, ਇਹ ਅਸਥਾਨ ਪਵਿੱਤਰ ਹਨ। ਮਹਾਰਾਜ ਜੀ ਨੇ ਆਪ ਨਮਸਕਾਰ ਕੀਤੀ। ਬੰਦ ਉਬੈ ਕਰ ਬੰਧਨ ਕੀਨ, ਦਇਓ ਵਰਤਾਏ ਵਿਸਾਲ ਅਸ਼ੇਸ਼ੂ। ਫਿਰ ਕੜਾ ਪ੍ਰਸ਼ਾਦ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕਿਹਾ ਵਰਤਾਓ। ਮਹਾਰਾਜ ਉੱਥੇ ਚੌਂਕੜਾ ਮਾਰ ਕੇ ਬੈਠੇ ਜੀ, ਗੁਰਦੁਆਰਾ ਪਤਾਲਪੁਰੀ ਸਾਹਿਬ ਜਿੱਥੇ ਹੈ ਜੀ। ਹਾਂਜੀ। ਆਨ ਜੇ ਥਾਨ ਜਥੋਚਿਤ ਜਾਨ, ਸਭ ਹੈ ਵਿਦ ਠਾਨ ਗਏ ਨਿਜ ਡੇਰੇ। ਹੋਰ ਜਿੰਨੇ ਅਸਥਾਨ ਨੇ ਕੀਰਤਪੁਰ ਸਾਹਿਬ 'ਚ ਕਈ ਗੁਰੂ ਘਰ ਨੇ ਜੀ, ਉੱਥੇ ਉਹ ਵੀ ਅਸਥਾਨ ਹੈ ਜਿੱਥੇ ਨੌਵੇਂ ਪਾਤਸ਼ਾਹ ਦਾ ਸੀਸ ਰੱਖਿਆ ਸੀਗਾ ਜੀ। ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ, ਉਹ ਵੀ ਅਸਥਾਨ ਹੈ। ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਹੋਇਆ, ਉਹ ਵੀ ਅਸਥਾਨ ਹੈ। ਬਾਬਾ ਗੁਰਦਿੱਤਾ ਜੀ ਦਾ ਵੀ ਅਸਥਾਨ ਹੈ। ਮਹਾਰਾਜ ਨੇ ਸਾਰੇ ਅਸਥਾਨਾਂ ਦੀ ਬੜੇ ਹੀ ਪ੍ਰੇਮ ਨਾਲ ਯਾਤਰਾ ਕੀਤੀ ਜੀ। ਫਿਰ ਉੱਥੇ ਜਿਹੜਾ ਘਰ ਬਣਿਆ
ਗੁਰੂ ਕਿਆਂ ਦਾ ਸਤਿਗੁਰੂ ਜੀ ਉੱਥੇ ਗਏ ਹਨ। ਜੇਪੁਰ ਕੀਰਤ ਕੇ ਨਰ ਨਾਰ, ਗੁਰੂ ਦਰ ਸਹਿਰਦ ਮੋਦ ਕਨੇਰੇ। ਕੀਰਤਪੁਰ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਾ ਵੀ 10ਵੇਂ ਪਾਤਸ਼ਾਹ ਆਏ ਨੇ, ਕਿ ਇਸਤਰੀਆਂ ਪੁਰਸ਼ ਸਾਰੇ ਆ ਕੇ ਬਹੁਤੀ ਖੁਸ਼ੀ ਨਾਲ ਦਰਸ਼ਨ ਕਰ ਰਹੇ, ਬਹੁਤੀ ਖੁਸ਼ੀ ਨਾਲ ਜੀ। ਹਾਂਜੀ। ਦੇਤ ਅਕੋਰ ਜਥਾ ਸ਼ਕਤੀ, ਜਿਨ ਸੋਢਿਨ ਕੇ ਤੇ ਧਾਮ ਬਸੇਰੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਾਇਆ ਭੇਟਾ ਕਰ ਰਹੇ ਹੈ। ਜੋ ਜਥਾ ਸ਼ਕਤ ਭੇਟਾ ਹੈ ਉਹ ਸੰਗਤਾਂ ਭੇਟਾ ਕਰ ਰਹੀਆਂ ਹਨ। ਰੈਨ ਮੈਂ ਖਾਨ ਰੋਪਾਨ ਕਰੇ, ਹੋਏ ਨੀਂਦ ਬਸੀ ਪੁਨ ਜਾਗ ਸਵੇਰੇ। ਕਿਉਂਕਿ ਉੱਥੋਂ ਆਨੰਦਪੁਰ ਸਾਹਿਬ ਤੋਂ ਤੁਰੇ, ਫਿਰ ਘੋੜਿਆਂ ਦੇ ਨਾਲ ਆ ਰਹੇ, ਫੌਜਾਂ ਨਾਲ ਹੈ, ਪੈਦਲ ਸੰਗਤਾਂ ਨਾਲ ਹੈ, ਕੀਰਤਪੁਰ ਸਾਹਿਬ ਪਹੁੰਚੇ। ਸਾਰੇ ਅਸਥਾਨਾਂ ਦੀ ਯਾਤਰਾ ਕੀਤੀ। ਫਿਰ ਮਹਾਰਾਜ ਰਾਤ ਕੀਰਤਪੁਰ ਸਾਹਿਬ ਹੀ ਸੱਜ ਗਏ ਜੀ। ਆਖੋ ਵਾਹਿਗੁਰੂ। ਲੰਗਰ ਛਕਿਆ ਬੜੇ ਆਨੰਦ ਨਾਲ ਜੀ। ਪਾਠ ਹੋਇਆ ਸੋਦਰ ਦਾ। ਫਿਰ ਸੱਚੇ ਪਾਤਸ਼ਾਹ ਰਾਤ ਕੀਰਤਪੁਰ ਸਾਹਿਬ ਸਤਿਗੁਰੂ ਜੀ ਨੇ ਆਰਾਮ ਕੀਤਾ ਜੀ। ਹਾਂਜੀ। ਸੌਚ ਇਸ਼ਨਾਨ ਕੋਠਾਨ ਪਲੇ, ਪਟ ਆਯੁਧ ਧਾਰ ਪਏ ਅਸਵਾਰਾ। ਸੋ ਅਗਲੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਾਗੇ। ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਜੀ। ਉਹਦੇ ਤੋਂ ਬਾਅਦ ਸਾਰਿਆਂ ਨੇ ਸ਼ਸਤਰ ਬਸਤਰ ਧਾਰਨ ਕਰ ਲਏ ਤੇ ਸਵਾਰੀਆਂ ਸਜਾ ਲਈਆਂ। ਬ੍ਰਿੰਦ ਤੁਰੰਗ ਮਤੰਗ ਸਜੇ, ਬੜਬਾਜ ਉਠਿਓ ਰਣਜੀਤ ਨਗਾਰਾ। ਫਿਰ ਸਤਿਗੁਰੂ ਜੀ ਦਾ ਘੋੜਾ ਤਿਆਰ ਕੀਤਾ ਜੀ। ਫਿਰ ਰਣਜੀਤ ਨਗਾਰਾ ਵੱਜਿਆ। ਪੰਥ ਪ੍ਰਿਆਤ ਅਖੇਰਨ ਖੇਲਤ, ਰੋਪਰ ਆਨਨ ਵੇਸ਼ ਕੋ ਡਾਰਾ। ਤੇ ਕੀਰਤਪੁਰ ਸਾਹਿਬ ਤੋਂ ਗਰੀਬ ਨਵਾਜ ਘੋੜੇ ਉੱਤੇ ਸੱਜ ਕੇ ਉੱਥੋਂ ਅੱਗੇ ਚਾਲਾ ਪਾਇਆ ਜੀ। ਤੇ ਮਹਾਰਾਜ ਸਤਿਗੁਰੂ ਜੀ ਰੋਪੜ ਪਹੁੰਚ ਗਏ। ਆਖੋ ਵਾਹਿਗੁਰੂ। ਸ਼ਿਕਾਰ ਖੇਡਦੇ ਆਉਂਦੇ ਸੱਚੇ ਪਾਤਸ਼ਾਹ ਮਹਾਰਾਜ ਰੋਪੜ ਪਹੁੰਚ ਗਏ ਜੀ। ਹਾਂਜੀ। ਰਾਤ ਬਿਤਾਏ ਜਥਾ ਸੁਖ ਸੰਗ, ਚੜੇ ਦਿਨ ਮੈਂ ਚੱਲ ਪੰਥ ਮਝਾਰਾ। ਰੋਪੜ ਵੀ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਆਸਣ ਲਾ ਲਿਆ ਜੀ। ਉੱਥੇ ਇੱਕ ਰਾਤ ਰੋਪੜ ਮਹਾਰਾਜ ਗਰੀਬ ਨਵਾਜ ਜੀ ਨੇ ਟਿਕਾਣਾ ਕੀਤਾ ਜੀ। ਉੱਥੇ ਲੰਗਰ ਪਾਣੀ ਪ੍ਰਸ਼ਾਦ ਪਾਣੀ ਪੱਕਿਆ ਜੀ। ਵੇਖੋ ਬੜੇ ਅਸਥਾਨ ਨੇ ਸਾਧ ਸੰਗਤ ਜੀ, ਜਿਹੜੇ ਅਜੇ ਪ੍ਰਗਟ ਨਹੀਂ ਹੋਏ। ਕਈਆਂ ਨੂੰ ਗੁਰਮੁਖ ਮਹਾਂਪੁਰਖ ਪ੍ਰਗਟ ਕਰ ਰਹੇ ਜੀ। ਰੋਪੜ ਜਦੋਂ ਜਾਈਏ ਨਾ, ਤੇ ਦਰਿਆ ਦੇ ਕੰਢੇ ਦੇ ਉੱਤੇ ਇੱਕ ਗੁਰਦੁਆਰਾ ਹੈ, ਉਹਨੂੰ ਗੁਰਦੁਆਰਾ ਹੈੱਡ ਦਰਬਾਰ ਕਹਿੰਦੇ ਜੀ। ਮਹਾਰਾਜ ਉੱਥੇ ਕੁਝ ਸਮੇਂ ਲਈ ਸੱਜੇ ਸੀਗੇ। ਦੇਸੀ ਘਿਓ, ਉਦੋਂ ਦੇਸੀ ਘਿਓ ਹੀ ਹੁੰਦਾ ਸੀਗਾ। ਉੱਥੇ ਲੰਗਰ ਬਣਵਾਇਆ ਮਹਾਰਾਜ ਨੇ, ਲੰਗਰ ਛਕਿਆ। ਤੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਉਹਨਾਂ ਨੇ ਫਿਰ ਉਹ ਅਸਥਾਨ ਪ੍ਰਗਟ ਕੀਤਾ ਜੀ। ਬਾਬਾ ਸ਼ਾਦੀ ਸਿੰਘ ਜੀ ਦੀ ਉਹਨਾਂ ਨੇ ਡਿਊਟੀ ਲਾਈ ਜੀ। ਅੱਜ ਵੀ ਉੱਥੇ ਦੇਸੀ ਘਿਓ ਦਾ ਹੀ ਲੰਗਰ ਚੱਲਦਾ ਸਾਧ ਸੰਗਤ ਜੀ। ਗੁਰਦੁਆਰਾ ਹੈੱਡ ਦਰਬਾਰ ਰੋਪੜ 10ਵੇਂ ਪਾਤਸ਼ਾਹ ਜੀ ਦਾ ਅਸਥਾਨ ਹੈ, ਐਨ ਦਰਿਆ ਦੇ ਕੰਢੇ ਦੇ ਉੱਤੇ ਜੀ। ਹੁਣ ਵੀ ਤੁਸੀਂ ਜਾਓ ਨਾ, ਦੇਸੀ ਘਿਓ ਦਾ ਲੰਗਰ ਚੱਲੇਗਾ ਉੱਥੇ, ਡਾਲਡੇ ਦਾ ਕੋਈ ਕੰਮ ਨਹੀਂ ਹੈਗਾ ਜੀ। ਮਹਾਰਾਜ ਗਰੀਬ ਨਵਾਜ ਇੱਕ ਰਾਤ ਰੋਪੜ ਰਹੇ ਸਤਿਗੁਰੂ ਜੀ। ਹਾਂਜੀ। ਈਖਦ ਕੋਸ ਆਨੰਦ ਸੋ ਚਾਲਤ, ਰਾਤ ਮੈਂ ਘਾਲਤ ਢੀਰਗ ਡੇਰਾ। ਥੋੜੇ ਕੋ ਸਤਿਗੁਰੂ ਜੀ ਚੱਲਦੇ ਆ, ਫਿਰ ਰਾਤ ਨੂੰ ਕਿਤੇ ਨਾ ਕਿਤੇ ਆਰਾਮ ਕਰ ਲੈਂਦੇ ਹਨ। ਕੂਚ ਪੈ ਕੂਚ ਚਲੇ ਮਗ ਜਾਤ, ਪਹਾਰਨ ਹੇਰਤ ਨੇਰ ਹੀ ਨੇਰਾ। ਤੇ ਹੁਣ ਨੇੜੇ ਨੇੜੇ ਪਹਾੜ ਨੇ ਜੀ ਸਾਰੇ ਜੀ। ਉਹਨਾਂ ਤਾਂ ਹੈ ਵੀ ਬਹੁਤਾ ਪਹਾੜੀ ਇਲਾਕਾ ਸੀਗਾ ਜੀ। ਹਾਂਜੀ। ਪੰਥ ਉਲੰਘ ਗਏ ਜਬ ਕੇਤਕ, ਸੈਲ ਸਮੀਪ ਪਾ ਨਾਹਣ ਕੇਰਾ। ਤੇ ਜਦੋਂ ਕਾਫੀ ਸੱਚੇ ਪਾਤਸ਼ਾਹ ਜੀ ਰਸਤਾ ਲੰਘ ਗਏ ਤੇ ਨਾਣ ਰਿਆਸਤ ਵਾਲਾ ਪਹਾੜ ਆ ਗਿਆ। ਆਖੋ ਵਾਹਿਗੁਰੂ। ਭਾਵ ਨਾਣ ਹੀ ਆ ਗਿਆ ਕਿ। ਹਾਂਜੀ। ਭੂਪਤ ਕੋ ਸੁਧ ਪ੍ਰਾਪਤ ਭੀ, ਹੋਏ ਤਿਆਰ ਚੱਲਿਓ ਚਿਤ ਚਾਵ ਬਡੇਰਾ। ਹੁਣ ਨਾਲ ਮਹਾਰਾਜ ਦੇ ਫੌਜਾਂ ਬੜੀਆਂ ਨੇ, ਨਾਲ ਫੌਜਾਂ ਨੇ, ਹਾਥੀ ਘੋੜੇ ਹੈ, ਪਰਿਵਾਰ ਹੈ, 500 ਉਦਾਸੀ ਮਹਾਤਮਾ ਸੰਤ ਹੈ, ਸੰਗਤਾਂ ਨੇ ਨਾਲ ਬਹੁਤ ਜ਼ਿਆਦਾ।
ਮੇਦਨੀ ਪ੍ਰਕਾਸ਼ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਜੀ ਲਾਗੇ ਆ ਗਏ ਆ, ਤੇ ਮੇਦਨੀ ਪ੍ਰਕਾਸ਼ ਆਪਣੇ ਨਾਲ ਆਪਣੀਆਂ ਫੌਜਾਂ ਲੈ ਕੇ ਹੇਠਾਂ ਆ ਗਿਆ ਪਹਾੜ ਦੇ, ਵੀ ਸਤਿਗੁਰੂ ਜੀ ਨੂੰ ਅਗਲਵੰਡੀ ਲੈ ਕੇ ਆਈਏ ਜੀ। ਹਾਂਜੀ। ਨਰਾਜ ਛੰਦ ਚੱਲਿਓ ਸਮਾਜ ਸੰਗ ਲੀਨ ਸੈਨ ਕੋ ਬਨਾਏ ਕੈ। ਨਾਲ ਆਪਣਾ ਸਾਰਾ ਸਮਾਨ ਲੈ ਲਿਆ, ਮੇਦਨੀ ਪ੍ਰਕਾਸ਼ ਨੇ ਸੈਨਾ ਲੈ ਲਈ। ਸੋ ਮੇਦਨੀ ਪ੍ਰਕਾਸ਼ ਭੂਪ ਦੂਤ ਕੋ ਮਿਲਾਏ ਕੈ। ਨਾਲ ਉਹ ਦੂਤ ਵੀ ਲੈ ਲਿਆ ਜਿਹਨੇ ਮਹਾਰਾਜ ਨੂੰ ਚਿੱਠੀ ਦਿੱਤੀ ਸੀ ਜਾ ਕੇ ਜੀ, ਵੀ ਤੂੰ ਵੀ ਚੱਲ। ਮਹਾਰਾਜ ਉਹਨੂੰ ਪਛਾਣਦੇ ਸੀਗੇ ਜੀ, ਸੋ ਉਸ ਦੂਤ ਨੂੰ ਵੀ ਨਾਲ ਲਿਆ। ਤਰੇ ਪਹਾੜ ਤੀਰ ਕੇ ਨਿਵੇਸ਼ ਜਾਨ ਦਿਆਲ ਕੋ। ਗਰੀਬ ਨਵਾਜ ਸੱਚੇ ਪਾਤਸ਼ਾਹ ਪਹਾੜ ਦੇ ਹੇਠਾਂ ਸਤਿਗੁਰੂ ਦਿਆਲੂ ਜੀ ਆ ਕੇ ਪਹਿਲਾਂ ਖਲੋ ਗਏ ਜੀ। ਹਾਂਜੀ। ਪਿਆਨ ਕੀਨ ਆਏ ਗੋ ਸਮੀਪ ਤਤਕਾਲ ਕੋ। ਉਧਰੋਂ ਸਾਧ ਸੰਗਤ ਜੀ ਸਤਿਗੁਰੂ ਜੀ ਪਹੁੰਚੇ ਨੇ, ਤੇ ਲਗਭਗ ਉਸੇ ਸਮੇਂ ਹੀ ਨਾਨ ਦਾ ਰਾਜਾ ਮੇਦਨੀ ਪ੍ਰਕਾਸ਼ ਵੀ ਪਹੁੰਚ ਗਿਆ ਜੀ। ਹਾਂਜੀ। ਅਕੋਰ ਕੋ ਤੁਰੰਗ ਸੋ ਸੋ ਚੀਰ ਚਿੱਤ ਬ੍ਰਿੰਦ ਥਿਤ ਕੋ। ਆਪਣੇ ਘੋੜੇ ਉੱਤੇ ਆਇਆ ਚੜ ਕੇ, ਉਹ ਧਨ ਦੀ ਥੈਲੀ ਲੈ ਕੇ ਆਇਆ, ਵੀ ਖਾਲੀ ਹੱਥ ਨਹੀਂ ਮਹਾਰਾਜ ਦੇ ਦਰਸ਼ਨ ਕਰਨੇ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ। ਆਖੋ ਵਾਹਿਗੁਰੂ। ਵਾਹ। ਮਹਾਰਾਜ ਘੋੜੇ ਤੇ ਹੈ, ਉਹ ਘੋੜੇ ਤੋਂ ਉਤਰ ਕੇ ਮਿਲਿਆ ਸੱਚੇ ਪਾਤਸ਼ਾਹ ਜੀ ਨੂੰ ਜੀ। ਹਾਂਜੀ। ਮਿਲਿਓ ਸੋ ਹਾਥ ਜੋੜ ਕੈ ਆਨੰਦ ਕੀਨ ਚਿੱਤ ਕੋ। ਹੱਥ ਜੋੜ ਕੇ ਮਿਲਿਆ, ਦਰਸ਼ਨ ਕੀਤੇ। ਮੇਦਨੀ ਪ੍ਰਕਾਸ਼ ਵੇਖ ਕੇ ਆਨੰਦ ਹੋ ਗਿਆ। ਇੰਨੀ ਸੁੰਦਰਤਾ ਇੱਕੋ ਹੀ ਸਰੀਰ ਉੱਤੇ, ਕਮਾਲ ਦਾ ਸਰੀਰ ਹੈ, ਕਮਾਲ ਦਾ ਮੁਖ ਮੰਡਲ ਹੈ, ਬੜਾ ਆਨੰਦ ਹੋਇਆ। ਪਦਾਰ ਬਿੰਦ ਬੰਦਨਾ ਕਰੀ ਸਰੂਪ ਦੇਖਿਓ। ਸਤਿਗੁਰੂ ਜੀ ਦੇ ਸਰੂਪ ਦੇ ਦਰਸ਼ਨ ਕਰਕੇ ਮੇਦਨੀ ਪ੍ਰਕਾਸ਼ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਜੀ। ਫਿਰ ਜੀ। ਹਾਂਜੀ। ਪ੍ਰਭੂ ਮੁਕੰਦ ਬੂਝਿਓ ਆਨੰਦ ਹੈ ਅਸ਼ੇਖਿਓ। ਤੇ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਵਾਜ ਆਪ ਆਪਣੇ ਮੁਖ ਤੋਂ ਪੁੱਛਦੇ, ਰਾਜਾ ਜੀ ਰਾਜੀ ਹੋ, ਠੀਕ ਹੋ, ਆਨੰਦ ਹੋ? ਹਾਂਜੀ। ਖੁਸ਼ੀ ਗੁਰੂ ਸੋ ਰਾਵਰੀ ਪ੍ਰਮੋਦ ਮੋਹਿ ਦੀਨਿਓ। ਤੇ ਸਾਧ ਸੰਗਤ ਜੀ ਫਿਰ ਉਹ ਹੱਥ ਜੋੜ ਕੇ ਮੇਦਨੀ ਪ੍ਰਕਾਸ਼ ਕਹਿੰਦਾ, ਮਹਾਰਾਜ ਆਪ ਜੀ ਨੇ ਚਰਨ ਪਾ ਕੇ ਪ੍ਰਮੋਦ ਮੈਨੂੰ ਦਿੱਤਾ। ਪ੍ਰਮੋਦ ਅੱਗੇ ਬੇਨਤੀ ਕੀਤੀ ਨਾ, ਇੱਕ ਖੁਸ਼ੀ ਹੁੰਦੀ, ਇੱਕ ਮੋਦ ਹੁੰਦਾ, ਇੱਕ ਪ੍ਰਮੋਦ ਹੁੰਦਾ ਜੀ। ਬਹੁਤੀ ਖੁਸ਼ੀ ਜੀ, ਬਹੁਤੀ ਖੁਸ਼ੀ। ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਤੇ ਮੈਨੂੰ ਆਨੰਦ ਨਾਲ ਭਰ ਦਿੱਤਾ। ਐਨ ਖੁਸ਼ੀਆਂ ਬਣ ਗਈਆਂ, ਆਪ ਜੀ ਆ ਗਏ ਹੋ। ਹਾਂਜੀ। ਬਸੀ ਰਹੋ ਸਨੇਹ ਕੇ ਅਸ਼ੇਹ ਦੇਹ ਕੀਨਿਓ। ਗਰੀਬ ਨਵਾਜ ਆਪ ਜੀ ਤੇ ਫਿਰ ਪਿਆਰ ਦੇ ਵਸ ਹੋ ਨਾ। ਮਹਾਰਾਜ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ। ਹਾਂਜੀ। ਦਇਓ ਦਿਨਾਰ ਆਨ ਕੈ ਨਿਹਾਲ ਕੈ ਸੰਭਾਲਿਓ। ਗਰੀਬ ਨਵਾਜ ਆਪ ਆ ਕੇ ਦਰਸ਼ਨ ਦਿੱਤੇ ਹੈ, ਮੈਨੂੰ ਨਿਹਾਲ ਕੀਤਾ, ਮੇਰੀ ਸੰਭਾਲ ਕੀਤੀ ਹੈ। ਸਤਿਗੁਰੂ ਜੀ ਮੇਰੇ ਤੇ ਬੜੀ ਕਿਰਪਾ ਕੀਤੀ ਆਪ ਜੀ ਨੇ। ਮਨੋਰਥਾਨ ਪੂਰਿਓ ਚਰਨ ਦੇਸ਼ ਘਾਲਿਓ। ਮੇਰਾ ਮਨੋਰਥ ਸੀਗਾ, ਆਪ ਜੀ ਚਰਨ ਪਾ ਦਿਓ। ਸਤਿਗੁਰੂ ਮੇਰਾ ਮਨੋਰਥ ਪੂਰਾ ਹੋ ਗਿਆ, ਮੇਰਾ ਮਨੋਰਥ ਆਪ ਜੀ ਨੇ ਪੂਰਾ ਕਰ ਦਿੱਤਾ। ਪੁਨੀਤ ਭਉਨ ਕੀਜੀਏ ਲਖੋ ਸੋ ਦਾਸ ਮੋਹੇ ਕਿਉ। ਹੁਣ ਮੇਦਨੀ ਪ੍ਰਕਾਸ਼ ਬੜੇ ਪਿਆਰ ਨਾਲ ਬੇਨਤੀ ਕਰਦਾ, ਮੇਰੇ ਘਰ ਨੂੰ ਆਪਣਾ ਘਰ ਸਮਝ ਕੇ, ਆਪਣੇ ਨੌਕਰ ਦਾ, ਸੇਵਕ ਦਾ ਘਰ ਸਮਝ ਕੇ ਚਰਨ ਪਾ ਕੇ ਪਵਿੱਤਰ ਕਰ ਦਿਓ ਮਹਾਰਾਜ। ਅਖੇਰ ਖੇਲ ਭਾਵ ਤੇ ਵੀ ਲੋਕ ਬ੍ਰਿੰਦ ਕੋਹ ਕੋ। ਗਰੀਬ ਨਵਾਜ ਜਿੰਨਾ ਮਰਜ਼ੀ ਇੱਧਰ ਸ਼ਿਕਾਰ ਖੇਡੋ, ਜਿਵੇਂ ਮਰਜ਼ੀ ਵਿਚਰੋ, ਸੱਚੇ ਪਾਤਸ਼ਾਹ ਬਿਨੈ ਬਖਾਨ ਏਵ ਭੂਪ ਮੇਦਨੀ ਪ੍ਰਕਾਸ਼ਿਆ। ਇਸ ਤਰੀਕੇ ਨਾਲ ਮੇਦਨੀ ਪ੍ਰਕਾਸ਼ ਨੇ ਬਹੁਤੀ ਨਿਮਰਤਾ ਨਾਲ ਸਤਿਗੁਰੂ ਗਰੀਬ ਨਵਾਜ ਮਹਾਰਾਜ ਨੂੰ ਬੇਨਤੀ ਕੀਤੀ ਹੈ। ਮੁਕੰਦ ਦੀਨ ਤਿਆਰ ਕੋ ਸੋ ਲੈ ਚੱਲਿਓ ਆਵਾਸਿਆ। ਤੇ ਮੁਕਤੀ ਦੇ ਦਾਤੇ ਸਤਿਗੁਰੂ ਜੀ ਨੂੰ, ਦੀਨ ਦਿਆਲ ਜੀ ਨੂੰ, ਕਿਰਪਾ ਨਿਧ ਜੀ ਨੂੰ ਸਾਧ ਸੰਗਤ ਜੀ ਆਪਣੇ ਨਗਰ ਵੱਲ ਲੈ ਕੇ ਚੱਲਾ। ਪਹਾੜੀ ਚੜ੍ਹਨੀ ਹੈ ਮਹਾਰਾਜ ਨੇ ਅਜੇ ਜੀ, ਤੇ ਜਿਹੜੇ ਜਿਹੜੇ ਨਾਨ ਗਏ ਉਹਨਾਂ ਨੂੰ ਪਤਾ ਵੀ ਬਹੁਤਾ ਉੱਚਾ ਜੀ ਉਹ। ਹਾਂਜੀ। ਤੁਰੰਗ ਪੈ ਅਰੂੜ ਹੋਇ ਅਪਾਰ ਆਪ ਕੀਨਿਓ। ਤੁਰੰਗ ਪੈ ਅਰੂੜ ਕੈ ਪਿਆਨ ਆਪ ਕੀਨਿਓ। ਆਖੋ ਵਾਹਿਗੁਰੂ। ਵਾਹਿਗੁਰੂ।
ਆਪ ਵੀ ਨਾਲ ਘੋੜੇ ਤੇ ਚੜ ਕੇ ਨਾ ਰਾਜਾ ਚੱਲ ਪਿਆ। ਕਿਰਪਾਲ ਸੰਗ ਮਾਤੁਲੰ ਕਿਰਪਾਲ ਪਾਸ਼ ਚੀਨਿਓ। ਕਹਿੰਦੇ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਹਨ। ਗਏ ਬਿਖੰਬ ਪੰਥ ਥੋਰ ਊਚ ਪਾਏ ਡਾਲ ਤੇ। ਹੁਣ ਜਿਉਂ-ਜਿਉਂ ਉੱਤੇ ਜਾਈ ਜਾਂਦੇ ਰਸਤਾ ਔਖਾ ਹੋਈ ਜਾਂਦਾ ਜੀ, ਉੱਚਾ ਹੋਈ ਜਾਂਦਾ ਜੀ। ਕਹਿੰਦੇ ਜਿਹੜੇ ਘੋੜੇ ਆ ਇਹ ਫਿਰ ਉੱਚੇ ਪੈਰ ਰੱਖਦੇ ਹਨ। ਸੋਮੇਦਨੀ ਪ੍ਰਕਾਸ਼ ਸਾਥ ਝੂਲ ਤੇ ਦਿਖਾਲ ਤੇ। ਫਿਰ ਪੜ੍ਹਦੇ ਹੋ। ਸੋਮੇਦਨੀ ਪ੍ਰਕਾਸ਼ ਸਾਥ ਝੂਲ ਤੇ ਬੂਝ ਤੇ ਦਿਖਾਲ ਤੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨਾਲ ਜਾ ਰਹੇ, ਮੇਦਨੀ ਪ੍ਰਕਾਸ਼ ਘੋੜਾ ਨਾਲ ਚਲਾ ਰਿਹਾ। ਮਹਾਰਾਜ ਪੁੱਛ ਰਹੇ ਆ ਇਲਾਕੇ ਬਾਰੇ ਤੇ ਮੇਦਨੀ ਪ੍ਰਕਾਸ਼ ਦੱਸ ਰਿਹਾ ਜੀ। ਮਹਾਰਾਜ ਆਓ ਜਿੱਥੋਂ ਤੱਕ ਨਿਗਾਹ ਜਾਂਦੀ ਸਭ ਆਪਣਾ ਹੀ ਹੈ ਮਹਾਰਾਜ। ਹਾਂਜੀ। ਪੁਰੀ ਮਨੋਗ ਨਾਹਣੰ ਬਿਕੋਲ ਲੋਕ ਆਵਈ। ਤੇ ਪੁਰੀ ਮਨੋਗ ਨਾਹਣੰ ਬਿਲੋਕ ਲੋਕ ਆਵਈ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਨਾਣ ਨੇੜੇ ਆ ਰਿਹਾ ਜੀ ਤੇ ਨਾਣ ਦੇ ਲੋਕਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਆ ਰਹੇ, ਬੜੀ ਵੱਡੀ ਫੌਜ, ਬਹੁਤ ਜ਼ਿਆਦਾ ਸਿੱਖ ਮਹਾਰਾਜ ਦੇ ਨਾਲ ਨੇ, ਉਹ ਵੀ ਦਰਸ਼ਨ ਕਰਨ ਵਾਸਤੇ ਅੱਗੇ ਅਗਾਊਂ ਆ ਰਹੇ ਆ ਜੀ। ਪ੍ਰਭੂ ਪ੍ਰਧਾਰ ਬਿੰਦ ਕੇ ਸਮੀਪ ਸੀਸ ਨਿਆਵ। ਸਭ ਮਹਾਰਾਜ ਜੀ ਦੇ ਸੀਸ ਉੱਤੇ ਵਾਹਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖ ਕੇ ਨਮਸਕਾਰਾਂ ਕਰ ਰਹੇ। ਆਪਾਂ ਵੀ ਰੱਖ ਲਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਬਾਜ਼ਾਰ ਕੋ ਨਿਹਾਰ ਤੇ ਪ੍ਰਸੰਨ ਹੋਏ ਪਿਆਨ ਤੇ। ਮਹਾਰਾਜ ਗਰੀਬ ਨਵਾਜ ਫਿਰ ਉੱਪਰ ਨੂੰ ਵਧੇ ਜੀ। ਬਾਜ਼ਾਰ ਆ ਗਿਆ। ਬਾਜ਼ਾਰ ਕੋ ਨਿਹਾਰ ਤੇ ਪ੍ਰਸੰਨ ਹੈ ਪਿਆਨ ਤੇ। ਇਹ ਬੜੇ ਖੁਸ਼ ਨੇ ਸੱਚੇ ਪਾਤਸ਼ਾਹ, ਬੜੇ ਖੁਸ਼ੀ ਦੇ ਨਾਲ ਨਾਹਣ ਨੂੰ ਜਾ ਰਹੇ ਹਨ। ਮਹੀਪ ਸੰਗ ਮੇਦਨੀ ਪ੍ਰਕਾਸ਼ ਕੋ ਪਖਾਨ ਤੇ। ਬਖਾਨ ਤੇ ਸੱਚੇ ਪਾਤਸ਼ਾਹ ਨਾਲ ਹੀ ਮੇਦਨੀ ਪ੍ਰਕਾਸ਼ ਦੇ ਬਚਨ ਬਲਾਸ ਕਰਦੇ ਹੋਏ ਅੱਗੇ ਵੱਧ ਰਹੇ ਹਨ। ਪੁਰੀ ਪਹਾੜ ਸੀਸ ਪੈ ਵਿਸਾਲ ਸ਼ੋਭ ਪਾਵਹੀ। ਮਹਾਰਾਜ ਕਹਿਣ ਲੱਗੇ ਵੀ ਐ ਪਹਾੜ ਦੇ ਸਿਰ ਦੇ ਉੱਤੇ ਨਾਣ ਹੈਗਾ। ਕਹਿਣ ਲੱਗੇ ਇਸੇ ਤਰ੍ਹਾਂ ਹੀ ਹੈ ਜੀ। ਐਨ ਪਹਾੜ ਦੇ ਸੀਸ ਦੇ ਉੱਤੇ, ਚੋਟੀ ਦੇ ਉੱਤੇ ਮਹਾਰਾਜ ਕਹਿੰਦੇ ਇਹ ਨਗਰ ਹੈ। ਹਾਂਜੀ। ਸੋ ਡੀਠ ਦੂਰ ਜਾਤ ਹੈ ਮਹੀਰੋਂ ਸੁਹਾਵਤੀ। ਮਹਾਰਾਜ ਕਹਿਣ ਲੱਗੇ ਵਧੀਆ ਉੱਤੇ ਖਲੋ ਕੇ ਦੂਰ ਤੱਕ ਨਿਗਾਹ ਜਾਂਦੀ ਹੋਏਗੀ। ਕਹਿਣ ਲੱਗੇ ਹਾਂਜੀ। ਬਸੰਤ ਥੋਰ ਥਾਨ ਮੈਂ ਮਹਾਨ ਹੈ ਉਜਾਗਰੀ। ਮਹਾਰਾਜ ਕਹਿਣ ਲੱਗੇ ਉੱਚਾ ਉੱਤੇ ਥਾਂ ਵੀ ਤੰਗ ਹੈ, ਪਰ ਉੱਚੀ ਥਾਂ ਉੱਤੇ ਤੰਗ ਥਾਂ ਉੱਤੇ ਵੀ ਬੜਾ ਸੋਹਣਾ ਨਗਰ ਹੈਗਾ। ਕਹਿਣ ਲੱਗੇ ਬਚਨ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਪਹੁੰਚ ਗਏ ਹਨ। ਵਿਭੂਖਣਾਦ ਧਾਰ ਬੇਸੋ ਬੇਸ ਬੈਸ ਨਾਗਰੀ। ਮਹਾਰਾਜ ਕਹਿਣ ਲੱਗੇ ਇਹ ਤਾਂ ਇੰਝ ਹੈ ਵੀ ਜਿਵੇਂ ਸਾਧ ਸੰਗਤ ਦੀ ਇਸਤਰੀਆਂ ਗਹਿਣੇ ਪਾ ਪਾ ਕੇ ਰੱਖਦੀਆਂ ਨਾ ਕਈ। ਕਹਿੰਦੇ ਇਹ ਨਗਰੀ ਉੱਤੇ ਬੈਠੀ ਐ ਲੱਗਦੀ ਜਿਵੇਂ ਪਹਾੜਾਂ ਨੇ ਗਹਿਣੇ ਪਾਏ ਹੁੰਦੇ ਆ। ਆਖੋ ਵਾਹਿਗੁਰੂ। ਐਡਾ ਸੋਹਣਾ ਨਗਰ ਹੈ। ਅਸਲ 'ਚ ਸੋਹਣਾ ਕਾਹਦਾ ਸੀ? ਸੋਹਣਾ ਤੇ ਅੱਜ ਹੋਇਆ ਜਦੋਂ ਸੱਚੇ ਪਾਤਸ਼ਾਹ ਜੀ ਨੇ ਚਰਨ ਪਾ ਦਿੱਤੇ ਜੀ। ਸਾ ਧਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਜਿੱਥੇ ਆ ਕੇ ਸਤਿਗੁਰੂ ਜੀ ਬੈਠ ਗਏ ਜੀ। ਹਾਂਜੀ। ਦੋਹਰਾ ਕਰਤ ਬਤਕ ਇੱਕ ਨਗਰ ਕੀ ਮਹਿਪਾਲਕ ਕੇ ਸਾਥ। ਇਸ ਤਰੀਕੇ ਨਾਲ ਨਗਰ ਬਾਰੇ ਗੱਲਾਂ ਕਰਦਿਆਂ ਸੱਚੇ ਪਾਤਸ਼ਾਹ ਰਾਜੇ ਦੇ ਨਾਲ ਗਮਨੇ ਰੁਚਿਤ ਸਥਾਨ ਮਹਿ ਡੇਰੇ ਹਿਤ ਗੁਰਨਾਥ। ਤੇ ਜਿੱਥੇ ਫਿਰ ਰਾਜੇ ਨੇ ਡੇਰਾ ਕਰਾਉਣਾ ਸੀ ਨਾ, ਮਹਾਰਾਜ ਦਾ ਆਸਣ ਕਰਾਉਣਾ ਸੀ, ਉਹ ਥਾਂ ਪਹਿਲਾਂ ਹੀ ਤਿਆਰ ਕਰਵਾਈ ਸੀ ਰਾਜੇ ਨੇ। ਮਹਾਰਾਜ ਬਚਨ ਬਲਾਸ ਕਰਦਿਆਂ ਉਸ ਅਸਥਾਨ ਉੱਤੇ ਪਹੁੰਚ ਗਏ। ਤੋਟਕ ਛੰਦ ਕਰ ਜੋਰਤ ਨਰੇਸ਼ਰ ਬਾਕ ਕਹੈ। ਹੱਥ ਜੋੜ ਕੇ ਰਾਜਾ ਭੀਮ ਚੰਦ ਵਾਹਿਗੁਰੂ ਰਾਜਾ ਮੇਦਨੀ ਪ੍ਰਕਾਸ਼ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ, ਵਿਸਰਾਮ ਕਰੋ ਇਸ ਥਾਨ ਹੈ। ਇਹ ਮਹਾਰਾਜ ਆਪ ਜੀ ਦਾ ਆਸਣ ਹੈ। ਸਤਿਗੁਰੂ ਜੀ ਆਪ ਜੀ ਇੱਥੇ ਆਰਾਮ ਕਰੋ। ਮਹਾਰਾਜ ਉਤਰੇ ਸੁਨ ਸ਼ੋਰ ਤੁਰੰਗ ਬਲੀ। ਸਤਿਗੁਰੂ ਜੀ ਫਿਰ ਸੁਣ ਕੇ ਮਹਾਰਾਜ ਘੋੜੇ ਦੇ ਉੱਤੋਂ ਫਿਰ ਉਤਰੇ ਸੱਚੇ ਪਾਤਸ਼ਾਹ ਤੇ ਆਪਣਾ ਚਰਨ ਨਾਣ ਦੀ ਧਰਤੀ ਉੱਤੇ ਰੱਖਿਆ। ਆਖੋ ਵਾਹਿਗੁਰੂ। ਆਪਣਾ ਚਰਨ ਨਾਣ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਰੱਖਿਆ।
ਹਾਂਜੀ ਪਰ ਅੰਕ ਥਿਰੇ ਤਹ ਭਾਂਤ ਭਲੀ। ਹਾਂਜੀ ਚਿਰ ਕੇਤਕ ਬੈਠ ਮਹੀਪ ਗਇਓ, ਹਿਤ ਸੇਵ ਸਮਾਜ ਪਠਾਏ ਦਇਓ। ਤੇ ਪਲੰਗਾ ਲਾ ਦਿੱਤਾ ਸੀਗਾ, ਮਹਾਰਾਜ ਪਲੰਗੇ ਉੱਤੇ ਸੱਜ ਗਏ। ਕੁਝ ਸਮਾਂ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰੂ ਜੀ ਦੇ ਕੋਲ ਬੈਠਾ ਰਿਹਾ ਜੀ। ਫਿਰ ਉਹਨੇ ਸਾਧ ਸੰਗਤ ਦੀਆਂ ਸੇਵਾ ਵਾਸਤੇ ਸਭ ਸਮਾਨ ਵਸਤੂਆਂ ਭੇਜ ਦਿੱਤੀਆਂ। ਕ੍ਰਿਤ ਚੂਨ ਸਿਤਾ ਬਹੁ ਤਿਆਰ ਕੀਏ, ਬਹੁਤਾ ਖੁੱਲਾ ਘਿਓ, ਫਿਰ ਆਟਾ, ਖੰਡ ਸਭ ਕੁਝ ਭੇਜਿਆ। ਜੁਤ ਚਾਵਰ ਸੂਖਮ ਭੇਜ ਦੀਏ, ਬੜੇ ਸੋਹਣੇ ਸੋਹਣੇ ਚੌਲ ਭੇਜੇ ਦੀ ਮਹਾਰਾਜ ਵਾਸਤੇ। ਹਾਂਜੀ ਤ੍ਰਿਣ ਆਦਿਕ ਚਾਹੋ ਤੀਜੋ ਜਿਤੀ। ਐ ਘਾਹ ਆਦਿਕ ਜਿਸ ਚੀਜ਼ ਦੀ ਲੋੜ ਸੀ, ਕਰ ਤੂਰਨ ਦੀਨ ਪਠਾਏ ਤਿਤੀ। ਮੇਦਨੀ ਪ੍ਰਕਾਸ਼ ਨੇ ਉਹ ਸਭ ਕੁਝ ਭੇਜ ਦਿੱਤਾ। ਨ੍ਰਿਪ ਕੋ ਪ੍ਰਧਾਨ ਸਮੀਪ ਰਹਿਓ, ਤੇ ਰਾਜੇ ਦਾ ਮੁਖੀ ਬੰਦਾ ਉਹ ਫਿਰ ਸਤਿਗੁਰੂ ਜੀ ਦੇ ਲਾਗੇ ਹੀ ਰਿਹਾ ਜੀ, ਸੇਵਾ ਵਿੱਚ। ਤਤਕਾਲ ਦਇਓ ਜਿਨ ਜੋਏ ਚਾਹਿਓ, ਤੇ ਜੋ ਜੋ ਚਾਹੀਦਾ ਸੀ ਉਹ ਸਾਧ ਸੰਗਤ ਜੀ ਉਹ ਦਿੰਦਾ ਰਿਹਾ ਜੀ, ਲਿਆ। ਹਾਂਜੀ ਸਭ ਰੀਤ ਕਰੀ ਬਹੁ ਸੇਵ ਤਬੈ। ਹਰ ਰੀਤੀ ਦੇ ਨਾਲ ਮੇਦਨੀ ਪ੍ਰਕਾਸ਼ ਦੇ ਬੰਦੇ ਸਤਿਗੁਰੂ ਜੀ ਦੀ ਬਹੁਤੀ ਸੇਵਾ ਕਰਦੇ ਹਨ। ਮਧੁਰੇ ਤੁਰਸ਼ਾਨ ਅਚਾਰ ਸਬੈ, ਐਨ ਖੱਟੇ ਮਿੱਠੇ ਪਦਾਰਥ, ਅਚਾਰ ਸਭ ਕੁਝ ਲਿਆ ਕੇ ਦਿੰਦੇ। ਉਦੋਂ ਵੀ ਸਾਹਮਣੇ ਗਰਾਊਂਡ ਸੀ ਬਹੁਤ ਵੱਡੀ, ਹੁਣ ਵੀ ਉੱਥੇ ਗਰਾਊਂਡ ਹੀ ਹੈ ਬੜੀ ਵੱਡੀ ਜੀ, ਚੇਤਾ ਰੱਖਿਓ। ਤੰਬੂ ਬੜੇ ਖੂਬ ਲੱਗ ਗਏ ਜੀ, ਫੌਜਾਂ ਸਨ, ਮਹਾਂਪੁਰਖ ਸੀਗੇ ਨਾਲ, ਸੰਤ ਮਹਾਤਮਾ ਸੀਗੇ ਨਾਲ। ਫਲ ਫੂਲ ਪਠੇ ਨਿਜ ਬਾਗਨ ਤੇ, ਫਲ ਭੇਜਣੇ, ਫੂਲ ਭੇਜਣੇ, ਫੁੱਲ ਭੇਜਣੇ, ਜਿਹੜੇ ਬਾਗ ਸੀਗੇ ਮੇਦਨੀ ਪ੍ਰਕਾਸ਼ ਦੇ। ਸੁਧ ਲੇਤ ਸਭੀ ਅਨੁਰਾਗਨ ਤੇ, ਬੜੇ ਹੀ ਪਿਆਰ ਨਾਲ ਸੇਵਾ ਵਿੱਚ ਸਾਰੇ ਹਾਜ਼ਰ ਨੇ। ਚੇਤਾ ਰੱਖਿਓ ਅੱਜ ਉੱਥੇ ਬਾਜਾਂ ਵਾਲੇ ਸਤਿਗੁਰਾਂ ਦੇ ਅਸਥਾਨ ਤੇ ਰੌਣਕਾਂ ਨੇ, ਇੱਕ ਪਾਸੇ ਮੇਦਨੀ ਪ੍ਰਕਾਸ਼ ਦਾ ਮਹਿਲ, ਉੱਥੇ ਕੋਈ ਨਹੀਂ ਜਾਂਦਾ ਜੀ, ਕਿਉਂ ਸਤਿਗੁਰਾਂ ਨੇ ਧਰਤੀ ਪਵਿੱਤਰ ਕਰਤੀ ਜੀ। ਸਾ ਧਰਤ ਪਈ ਹਰਿਆਵਲੀ, ਸਾ ਧਰਤ ਪਈ ਹਰਿਆਵਲੀ, ਸਾ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸਤਿਗੁਰ ਬੈਠਾ ਆਏ, ਜਿੱਥੇ ਮੇਰਾ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਵਾਹਿਗੁਰੂ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਐ ਚਰਨ ਪਾ ਕੇ ਧਰਤੀ ਪਵਿੱਤਰ ਕਰ ਦਿੱਤੀ। ਦਲ ਬ੍ਰਿੰਦ ਵਿਖੇ ਬਹੁ ਬਾਰ ਫਿਰਿਓ, ਹਾਂਜੀ ਪਹੁੰਚਿਓ ਸਭ ਪਾਸ ਪ੍ਰਮੋਦ ਕਰਿਓ। ਬਹੁਤੀ ਖੁਸ਼ੀ ਦੇ ਨਾਲ ਵੀ ਵਾਹਿਗੁਰੂ ਮੇਦਨੀ ਪ੍ਰਕਾਸ਼ ਸਤਿਗੁਰਾਂ ਦੀ ਫੌਜ ਵਿੱਚ ਵੀ ਤੁਰਿਆ ਫਿਰਦਾ ਜੀ। ਭਾਈ ਕਿਸੇ ਨੂੰ ਕਮੀ ਨਾ ਆਵੇ। ਹਜ਼ਾਰਾਂ ਤੇ ਆਏ ਮਹਾਰਾਜ ਦੇ ਨਾਲ ਜੀ, ਹਜ਼ਾਰਾਂ ਜੀ। ਤੇ ਉੱਤੇ ਥਾਂ, ਤੰਗ ਥਾਂ ਦੇ ਵਿੱਚ ਹੈਗਾ ਜੀ ਉਹ, ਪਰ ਹੈ ਬੜਾ ਸੋਹਣਾ ਇਲਾਕਾ ਜੀ। ਹਾਂਜੀ ਇਮ ਖਾਨ ਰੂਪਾਨ ਸੁਸੈਨ ਹੈ ਮੈਂ, ਸੁਪਤੇ ਸੁਖ ਪਾਏ ਸੋ ਰਹਿਨ ਹੈ ਮੈਂ। ਇਸ ਤਰੀਕੇ ਨਾਲ ਲੰਗਰ ਪਾਣੀ ਛਕਿਆ, ਰਾਤ ਸਭ ਨੇ ਆਰਾਮ ਕੀਤਾ। ਭੁਨ ਸਾਰ ਬੜੀ ਸਭ ਜਾਗ ਰਹੇ, ਅੰਮ੍ਰਿਤ ਵੇਲਾ ਹੋਇਆ, ਸਾਰੇ ਅੰਮ੍ਰਿਤ ਵੇਲੇ ਜਾਗ ਗਏ। ਸਿਮਰੈ ਸਤਨਾਮ ਆਨੰਦ ਲਹੈ, ਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਡੋਲ ਖੜਕੇ ਇਸ਼ਨਾਨ ਕੀਤਾ ਤੇ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਅੰਮ੍ਰਿਤ ਵੇਲੇ ਨਾਮ ਜਪਣ ਲੱਗੇ। ਬਹੁ ਗਾਏ ਗਿਰਾ ਗੁਰ ਕੀ ਸੁਖ ਸੋ, ਰਾਗੀ ਵੀ ਮਹਾਰਾਜ ਦੇ ਨਾਲ ਹੀ ਆਏ ਸੀਗੇ ਜੀ ਸਤਿਗੁਰੂ ਜੀ ਦੇ। ਉਹਨਾਂ ਨੇ ਬੜੇ ਆਨੰਦ ਨਾਲ ਗੁਰਬਾਣੀ ਦਾ ਗਾਇਨ ਕੀਤਾ। ਜਿਸ ਤੇ ਬਚ ਅੰਤਕ ਕਹਿ ਦੁਖ ਸੋ, ਕਹਿਣ ਲੱਗੇ ਉਸ ਬਾਣੀ ਦਾ ਕੀਰਤਨ ਕੀਤਾ। ਸਾਧ ਸੰਗਤ ਜੀ ਜਿਸ ਬਾਣੀ ਨੂੰ ਪੜ੍ਹ ਕੇ ਅੰਤਲੇ ਜਮਾਂ ਦੇ ਦੁੱਖਾਂ ਤੋਂ ਬੰਦਾ ਬਚ ਜਾਂਦਾ ਹੈ। ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਮਾਤਮਾ ਦੀ ਸਿਫਤ ਕੀਤੀ, ਪੂਰਨ ਸਤਿਗੁਰਾਂ ਦੀ ਸਿਫਤ ਕੀਤੀ, ਨਾਮ ਜਪਣ ਵਾਲਿਆਂ ਦੀ ਸਿਫਤ ਕੀਤੀ,
ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਣੀ ਦੀ ਵੀ ਸਿਫਤ ਕੀਤੀ ਜੀ। ਗੁਰਬਾਣੀ ਦੀ ਵੀ ਸਿਫਤ ਕੀਤੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਬਾਣੀ, ਉਸ ਬਾਣੀ ਦਾ ਕੀਰਤਨ ਕੀਤਾ ਜਿਹੜੀ ਬਾਣੀ ਅੰਤਲੇ ਸਮੇਂ ਬੰਦੇ ਨੂੰ ਜਮਾਂ ਦੇ ਦੁੱਖਾਂ ਤੋਂ ਬਚਾ ਲੈਂਦੀ। ਸਾਧ ਸੰਗਤ ਜੀ, ਹਾਂਜੀ। ਕਲਗੀਧਰ ਸੌਚ ਇਸ਼ਨਾਨ ਕਰੇ, ਕਿਉਂਕਿ ਮਹਾਰਾਜ ਦਾ ਆਪਣਾ ਵਚਨ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀਏ। ਨਿਮਖ ਕਹਿੰਦੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਨੂੰ। ਸਤਿਗੁਰੂ ਨੇ ਇੰਨੇ ਸਮੇਂ ਵਾਸਤੇ ਵੀ ਬਾਣੀ ਕਦੀ ਆਪਣੇ ਤੋਂ ਦੂਰ ਨਹੀਂ ਸੀ ਕੀਤੀ ਜੀ, ਜਿਹਨੂੰ ਬੰਦਾ ਭੁੱਲੀ ਬੈਠਾ ਜੀ। ਬਾਣੀ ਦਾ ਕੀਰਤਨ ਹੋਣ ਲੱਗਾ, ਗਰੀਬ ਨਵਾਜ ਜੀ ਨੇ ਵੀ ਇਸ਼ਨਾਨ ਕੀਤਾ। ਬਰ ਬਸਤਰ ਸ਼ਸਤਰ ਅੰਗ ਤਰੇ, ਐਨ ਸ਼ਸਤਰ ਬਸਤਰ ਮੇਰੇ ਸਤਿਗੁਰੂ ਜੀ ਨੇ ਸਜਾ ਲਏ। ਜਬ ਦਇਓਸ ਚੜਿਓ ਪਰ ਅੰਕ ਥਿਰੇ, ਜਦੋਂ ਦਿਨ ਚੜਿਆ ਸਤਿਗੁਰੂ ਜੀ ਬਾਹਰ ਪਲੰਘੇ ਉੱਤੇ ਆ ਕੇ ਸੱਜੇ। ਸਭ ਆਏ ਨਮੋ ਕਰ ਮੋਦ ਭਰੇ, ਸਾਰੇ ਮਹਾਰਾਜ ਨੂੰ ਆ ਕੇ ਨਮਸਕਾਰ ਕਰਦੇ ਤੈਨ ਖੁਸ਼ੀ ਨਾਲ ਭਰੇ ਪਏ ਹਨ। ਮੇਦਨੀ ਪ੍ਰਕਾਸ਼ ਨਰੇਸ਼ ਤਬੈ, ਉਸ ਸਮੇਂ ਫਿਰ ਰਾਜਾ ਮੇਦਨੀ ਪ੍ਰਕਾਸ਼ ਬਰ ਧੀਰ ਅਮਾਨਤ ਸੰਗ ਸਬੈ, ਉਹ ਵੀ ਆਪਣੇ ਸੂਰਬੀਰ ਵਜ਼ੀਰਾਂ ਦੇ ਨਾਲ ਹਥਿਆਰਨ ਕੋ ਧਰ ਆਏ ਗਇਓ, ਉਹਨੇ ਵੀ ਸ਼ਸਤਰ ਹਥਿਆਰ ਸਜਾਏ ਹਨ। ਕਰ ਬੰਦ ਮਹੀਪ ਸਮੀਪ ਪਇਓ, ਉਹ ਵੀ ਆਇਆ, ਉਹਨੇ ਵੀ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਪਗ ਪੰਕਜ ਕੋ ਪਰਮਾਨ ਕਰਿਓ, ਗੁਰ ਆਇਸ ਤੇ ਟਗ ਬੈਠ ਥਰਿਓ, ਆ ਕੇ ਪ੍ਰਣਾਮ ਕੀਤੀ। ਮਹਾਰਾਜ ਨੇ ਆਗਿਆ ਕੀਤੀ, ਰਾਜਾ ਜੀ ਬਹਿ ਜਾਓ। ਰਾਜਾ ਬੈਠ ਗਿਆ। ਥਲ ਸੈਲ ਭਲੇ ਫਿਰ ਸੈਲ ਕਰੋ, ਬਨ ਬੀਚ ਅਖੇਰ ਪਿਲਾਖ ਤਰੋ। ਹੱਥ ਜੋੜ ਕੇ ਕਹਿੰਦਾ ਸਤਿਗੁਰੂ ਸਾਰੇ ਪਹਾੜ ਆਪ ਜੀ ਦੇ ਹੈ, ਜਿੱਧਰ ਨੂੰ ਜੀ ਕਰਦਾ ਵਿਚਰੋ ਮਹਾਰਾਜ, ਵੜਾਂ ਵਿੱਚ ਰਹੋ, ਸ਼ਿਕਾਰ ਖੇਡੋ, ਜੋ ਕਰਨਾ ਹੈ ਆਪ ਜੀ ਦੀ ਇੱਛਾ ਹੈ। ਸਮੁਦਾਏ ਫਿਰੇ ਮ੍ਰਿਗ ਜਾਤ ਕਨੀ, ਇਧਰ ਮਹਾਰਾਜ ਬੜੇ ਹਿਰਨ ਰਹਿੰਦੇ ਆ। ਹਾਂਜੀ, ਪਰਚੋ ਵਿਚਰੰਤ ਸੁਲੇਹੋ ਹਨੀ, ਮਹਾਰਾਜ ਉਹਨਾਂ ਹਿਰਨਾਂ ਦਾ ਸ਼ਿਕਾਰ ਕਰੋ ਆਪ ਜੀ। ਹਾਂਜੀ, ਚਿਤਰਾਵਰ ਕੇਰ ਖੁਸ਼ੀ ਜਿਤ ਹੋਇ, ਜਿਸ ਤਰੀਕੇ ਨਾਲ ਆਪ ਜੀ ਦੇ ਮਨ ਨੂੰ ਖੁਸ਼ੀ ਹੋਵੇ। ਫਿਰ ਬੇਹਿਤ ਥਾਨ ਭਿਖੋ ਤਿਤ ਹੋਇ, ਆਪ ਜੀ ਉਧਰ ਨੂੰ ਹੀ ਚੱਲੋ। ਜੇ ਅਸਥਾਨ ਰਹਿਣ ਦੀ ਬਦਲਣਾ ਆਪ ਜੀ ਦੀ ਇੱਛਾ, ਸਾਰਾ ਇਲਾਕਾ ਹੀ ਆਪ ਜੀ ਦਾ ਮਹਾਰਾਜ। ਹਾਂਜੀ, ਅਟਕਾਓ ਨਹੀਂ ਕਿਤ ਕੋ ਹਮਰੇ, ਚਿਤ ਚਾਹਤ ਮੋਦ ਵਧੈ ਤੁਮਰੇ। ਇੱਥੇ ਕੋਈ ਰੋਕ ਨਹੀਂ ਮਹਾਰਾਜ, ਆਪ ਜੀ ਵਿਚਰੋਗੇ ਆਨੰਦ ਵਧੇਗਾ। ਕਰ ਲਿਹੋ ਪਸੰਦ ਬਿਲੋਕਨ ਕੈ, ਗੱਡ ਪਾਏ ਲਿਜੇ ਪਰੋਕਨ ਕੈ। ਆਖੋ ਵਾਹਿਗੁਰੂ। ਰਾਜੇ ਨੇ ਇਹ ਵੀ ਕਿਹਾ ਮਹਾਰਾਜ ਇੱਥੇ ਥਾਂ ਪਸੰਦ ਕਰੋ, ਭਾਵੇਂ ਕਿਲਾ ਬਣਾਓ ਉੱਥੇ। ਹਾਂਜੀ, ਸੁਨ ਸ਼੍ਰੋਨ ਗੁਰੂ ਤਿਹ ਵਾਕ ਕਹਿਓ, ਜਹ ਤੇ ਸ਼ੁਭ ਥਾਨ ਬਿਲੋਕ ਲਹਿਓ। ਮਹਾਰਾਜ ਕਹਿਣ ਲੱਗੇ ਰਾਜਾ ਜੀ ਤੁਸੀਂ ਵੀ ਕੋਈ ਜਗ੍ਹਾ ਪਸੰਦ ਕੀਤੀ ਹੈ ਸਾਡੇ ਵਾਸਤੇ, ਕਿਲੇ ਵਾਸਤੇ? ਤਿਤ ਸੰਗ ਚਲੋ ਚੜ ਕੇ ਹਮਰੇ, ਸਾਡੇ ਨਾਲ ਘੋੜੇ ਤੇ ਚੱਲੋ, ਉਸ ਜਗ੍ਹਾ ਤੇ ਚੱਲੋ। ਸਭ ਭੇਦ ਹਿਰਦੇ ਬਿਦਤਿਓ ਤੁਮਰੇ, ਕਿਉਂਕਿ ਅਸੀਂ ਤੁਹਾਡੇ ਹਿਰਦੇ ਦਾ ਭੇਦ ਜਾਣਦੇ ਹਾਂ। ਅਸਲ 'ਚ ਮਹਾਰਾਜ ਜਾਣਦੇ ਸੀ। ਮੇਦਨੀ ਪ੍ਰਕਾਸ਼ ਦੇ ਮਨ ਵਿੱਚ ਇਹ ਸੀ ਵੀ ਹਜ਼ਾਰਾਂ ਲੋਕ ਨਾਲ ਆ ਗਏ ਆ, ਪਹਾੜ ਦੇ ਉੱਤੇ ਕਿੱਥੇ ਰਹਿਣਗੇ ਸਾਰੇ। ਤੇ ਮੇਦਨੀ ਪ੍ਰਕਾਸ਼ ਦਾ ਫੁਰਨਾ ਸੀ ਵੀ ਮਹਾਰਾਜ ਥੱਲੇ ਖੁੱਲੀ ਥਾਂ ਤੇ ਹੀ ਕਿਤੇ ਆਸਣ ਲਾ ਲੈਣਾ, ਇਹ ਫੁਰਨਾ ਸੀ। ਮਹਾਰਾਜ ਕਹਿਣ ਲੱਗੇ ਸਭ ਭੇਦ ਰਿਦੇ ਬਿਦਤਿਓ ਤੁਮਰੇ। ਮਹਾਰਾਜ ਕਹਿੰਦੇ ਤੁਹਾਡੇ ਹਿਰਦੇ ਦੀ ਗੱਲ ਸਾਨੂੰ ਪਤਾ ਲੱਗ ਗਈ ਹੈ। ਹਾਂਜੀ, ਤਿਤ ਹੀਰ ਅਖੇਰ ਸੁਖੇ ਲਹਿੰਗੇ, ਦੱਸੋ ਕਿੱਧਰ ਜਾ ਕੇ ਕਿਲਾ ਬਣਾਈਏ, ਉਧਰ ਹੀ ਸ਼ਿਕਾਰ ਖੇਡਾਂਗੇ। ਗਨ ਬਾਜ ਰਸਵਾਨ ਸੋ ਪੇ ਲਹਿੰਗੇ, ਬਾਜ ਹੋਰ ਜਾਨਵਰ ਸਾਡੇ ਬੜੇ ਨੇ। ਮਹਾਰਾਜ ਕਹਿਣ ਲੱਗੇ ਕਰ ਜੋਰ ਨਵੇਸ਼ਰ ਬਾਤ ਕਹੈ, ਧਨ ਭਾਗ ਅਹੈ ਸੋ ਸੰਗ ਚਹੈ। ਉਹ ਰਾਜੇ ਦੀ ਹੋਰ ਸ਼ਰਧਾ ਬਣ ਗਈ ਵੀ ਮਹਾਰਾਜ ਨੇ ਮੇਰੇ ਅੰਦਰ ਦੀ ਗੱਲ ਬੁੱਝ ਲਈ ਹੈ। ਕਹਿੰਦਾ ਮਹਾਰਾਜ ਧਨ ਭਾਗ ਅਹੈ ਮੋਹੇ ਸੰਗ ਚਹੇ। ਧਨ ਭਾਗ ਨੇ
ਮਹਾਰਾਜ ਆਪ ਮੈਨੂੰ ਨਾਲ ਲੈ ਕੇ ਜਾਓਗੇ। ਹਾਂਜੀ, ਦਿਨ ਆਜ ਮੁਕਾਮ ਇਹਾਂ ਕਰਿਓ। ਸਤਿਗੁਰੂ ਅੱਜ ਤਾਂ ਆਪ ਜੀ ਇੱਥੇ ਮੁਕਾਮ ਕਰੋ। ਭੁਨ ਸਾਰ ਭਏ ਇਤ ਤੇ ਚਰਿਓ। ਕੱਲ ਸਵੇਰ ਹੁੰਦਿਆਂ ਫਿਰ ਅਸੀਂ ਜਗ੍ਹਾ ਵੇਖਾਂਗੇ। ਸਭ ਥਾਨ ਦਿਖਾਵਨ ਆਪ ਕਰੋ। ਮੈਂ ਆਪ ਸਤਿਗੁਰੂ ਜੀ ਆਪ ਜੀ ਨੂੰ ਸਾਰੀ ਜਗ੍ਹਾ ਵਿਖਾਵਾਂਗਾ। ਤੁਮ ਹੋਏ ਖੁਸ਼ੀ ਚਿਤ ਚਾਹੇ ਤਰੋ। ਗਰੀਬ ਨਵਾਜ ਜਿੱਥੇ ਆਪ ਜੀ ਦੀ ਖੁਸ਼ੀ ਹੈ ਮਹਾਰਾਜ ਉੱਥੇ ਆਪ ਜੀ ਆਪਣਾ ਅਸਥਾਨ ਬਣਾਇਓ। ਇਤਿਆਦਿਕ ਵਾਕ ਅਨੇਕ ਕਹੇ। ਇਸ ਤਰੀਕੇ ਨਾਲ ਹੋਰ ਵੀ ਅਨੇਕ ਪ੍ਰਕਾਰ ਦੇ ਬਚਨ ਬਿਲਾਸ ਹੋਏ ਐ। ਚਿਰਕਾਲ ਸਰੂਪ ਬਿਲੋਕ ਰਹੇ। ਰਾਜਾ ਬਹੁਤਾ ਸਮਾਂ ਮਹਾਰਾਜ ਦੇ ਦਰਸ਼ਨ ਕਰਦਾ ਰਿਹਾ, ਸ਼ਾਂਤੀ ਮਿਲਦੀ ਗਈ, ਕਰਦਾ ਗਿਆ, ਆਨੰਦ ਬਣਦੇ ਰਹੇ। ਕਰ ਬੰਧਨ ਕੋ ਨਿਜ ਧਾਮ ਗਇਓ। ਫਿਰ ਮੱਥਾ ਟੇਕ ਕੇ ਆਪਣੇ ਮਹਿਲਾਂ ਨੂੰ ਚਲੇ ਗਿਆ। ਸਮਪੂਰਬ ਸੇਵ ਕਰੰਤ ਪਇਓ। ਤੇ ਪਹਿਲਾਂ ਵਾਂਗ ਮਹਾਰਾਜ ਜੀ ਦੀ ਸੇਵਾ ਵਾਸਤੇ ਵਸਤੂਆਂ ਪਦਾਰਥ ਭੇਜ ਰਿਹਾ ਹੈ। ਹਰਖਿਓ ਦਲ ਭੂਪ ਸਰਾਹਤ ਹੈ। ਗਰੀਬ ਨਵਾਜ ਜੀ ਦੀ ਫੌਜ ਵੇਖ ਕੇ, ਕਿਉਂਕਿ ਉਹ ਵੀ ਰਾਜਾ, ਉਹਨੂੰ ਵੀ ਪਛਾਣ ਹੈ, ਬੜਾ ਖੁਸ਼ ਹੋਇਆ। ਬਿਖ ਦੇਸ਼ ਵਿਸ਼ੇਖੈ ਚਾਹਤ ਹੈ। ਤੇ ਉਹ ਵੀ ਮਹਾਰਾਜ ਵੀ ਉਹਦੇ ਰਾਜੇ ਦੇ ਇਲਾਕੇ ਦੀ ਸ਼ਲਾਘਾ ਕਰਦੇ ਹਨ। ਦਿਨ ਰੈਨ ਮੁਕਾਮ ਤਹਾਂ ਕਰਕੇ। ਸਤਿਗੁਰੂ ਜੀ ਦਿਨ ਰਾਤ ਫਿਰ ਉੱਥੇ ਰਹੇ ਆ ਜਿੱਥੇ ਆਸਣ ਹੈ। ਭੁਨ ਸਾਰ ਪਈ ਸੁਚਿਤਾ ਧਰ ਕੇ। ਆਨੰਦ ਮੇਲੇ ਹੋਏ। ਫਿਰ ਅਗਲਾ ਦਿਨ ਚੜ ਗਿਆ। ਅੱਗੋਂ ਕੀ ਹੋਏਗਾ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਸਾਧ ਸੰਗਤ ਜੀ ਇਹ ਮਹਾਰਾਜ ਜੀ ਦੀ ਕਥਾ ਬੜੇ ਆਨੰਦ ਵਾਲੀ ਹੈ। ਹੁਣ ਮਹਾਰਾਜ ਉੱਥੇ ਜਾਣਗੇ ਜਿਹਨੂੰ ਆਪਾਂ ਪਾਉਂਟਾ ਸਾਹਿਬ ਕਹਿੰਦੇ ਹਾਂ। ਸੁਣਨ ਵਾਲੇ ਪ੍ਰਸੰਗ ਹਨ, ਕਥਾ ਮਿਸ ਨਾ ਕਰਿਓ। ਆਓ ਹੁਣ ਪ੍ਰੇਮ ਨਾਲ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗੀਏ। ਸਾਰੀ ਸੰਗਤ ਪ੍ਰੇਮ ਨਾਲ ਕਹੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਖਾਲਸਾ ਵਾਹਿਗੁਰੂ ਜੀ ਕੀ